ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨ ਵਿਨਾਸਨ ਸੋਏ। ਦੋਹਰਾ। ਚੌਥੇ ਸ਼ਰਵਣ ਪ੍ਰੋਜਨ ਸੋਏ। ਕਲਪੀ ਨਾਮ ਸੁਨੋ ਜਿਮ ਹੋਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਾ ਇਕ ਦੇ ਬੁਝਾਇ ਭੇਦੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਵਿੱਤਰ ਅਧਿਆਤਮਕ ਵਿਚਾਰਾਂ ਦੀ ਬਖਸ਼ਿਸ਼ ਕਰ ਰਹੇ ਹਨ। ਜਪਜੀ ਸਾਹਿਬ ਦੇ ਵਿੱਚ 4 ਪੌੜੀਆਂ ਸੁਣਨ ਦੀਆਂ ਅਤੇ 4 ਮੰਨਣ ਦੀਆਂ ਆਈਆਂ ਹਨ। ਤਾਂ ਇਸ ਤਰ੍ਹਾਂ ਇਹ ਚਾਰੇ ਜਿਹੜੇ ਪਰਮੇਸ਼ਰ ਨੂੰ ਮਿਲਣ ਦੇ ਸਾਧਨ ਹਨ। ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਹਿਰਦੇ ਵਿੱਚ ਵਸਾਉਣਾ, ਸਰਵਣ ਮੰਨਣ ਨਿਧ ਆਸਣ ਜਾਣ। ਚੌਥੋ ਸ਼ਾਖ ਅਤਿ ਗੁਰ ਕਹੇ। ਅਤੇ ਚੌਥਾ ਜਦੋਂ ਗੁਰੂ ਉਸ ਨੂੰ ਸਾਖਿਆਤ ਗੁਰੂ ਬੈਠ ਕੇ ਸਮਝਾਉਂਦਾ ਹੈ, ਉਹਨਾਂ ਨੂੰ ਸੁਣਨਾ ਮੰਨਣਾ ਅਤੇ ਹਿਰਦੇ ਵਿੱਚ ਵਸਾਉਣਾ। ਇਹ ਵਿਚਾਰਾਂ ਦੱਸ ਰਹੇ ਸੀ ਸਰਵਣ ਕਰਨ ਦਾ ਚੌਥਾ ਜਿਹੜਾ ਲੱਛਣ ਹੈ ਪ੍ਰਯੋਜਨ ਹੈ। ਤੁਹਾਡਾ ਇੱਥੇ ਆਉਣ ਦਾ ਜਿਹੜਾ ਪ੍ਰਯੋਜਨ ਹੈ ਕਥਾ ਸੁਣਨਾ। ਸੁਣਨੀ ਕਾਹਦੇ ਵਾਸਤੇ ਹੈ? ਗਿਆਨ ਹੋ ਜਾਵੇ। ਗਿਆਨ ਕਾਹਦੇ ਵਾਸਤੇ ਲੈਣਾ ਹੈ? ਜੀਵਨ ਸੁਖੀ ਕਰਨ ਵਾਸਤੇ। ਬੱਚਾ ਸਕੂਲ ਜਾਂਦਾ ਮਾਸਟਰ ਕੋਲੇ, ਕੀ ਜਾਂਦਾ ਲੈਣ? ਮਾਸਟਰ ਕੋਲੋਂ ਸੁਣਨ ਜਾਂਦਾ। ਸੁਣਨਾ ਕਾਹਦੇ ਵਾਸਤੇ ਹੈ? ਉਹਨੂੰ ਪੜ੍ਹਾਈ ਆ ਜਾਵੇ। ਪੜ੍ਹਾਈ ਕਾਹਦੇ ਵਾਸਤੇ ਕਰਨੀ ਹੈ? ਗਿਆਨ ਹੋ ਜਾਵੇ। ਉਹ ਗਿਆਨ ਕਾਹਦੇ ਵਾਸਤੇ ਹੈ? ਕੱਲ੍ਹ ਨੂੰ ਨੌਕਰੀ ਮਿਲ ਜੂ ਉਸ ਵਿਸ਼ੇ 'ਤੇ। ਨੌਕਰੀ ਮਿਲ ਗਈ ਤਾਂ ਚੰਗਾ ਜੀਵਨ ਬਸਰ ਕਰਾਂਗੇ। ਉਹ ਸੰਸਾਰੀ ਗਿਆਨ ਹੈ, ਇਹ ਅਧਿਆਤਮਕ ਗਿਆਨ ਹੈ। ਉਹ ਸੰਸਾਰਕ ਮਾਇਆ ਦੇ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਹੈ, ਇਹ ਆਤਮਿਕ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਹੈ। ਤਾਂ ਸੁਣਨ ਦਾ ਜਿਹੜਾ ਚੌਥਾ ਲੱਛਣ ਹੈ ਉਹ ਫਲ ਪ੍ਰਾਪਤ ਕਰਨਾ। ਅਤੇ ਉਹ ਫਲ ਕੀ ਹੈ? ਇਹ ਵਿਚਾਰਾਂ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ। ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ। ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਚੌਥੀ
ਸਰਵਣ ਪ੍ਰੋਜਨ ਸੋਏ ਪਲਪੀ ਨਾਮ ਸੁਨੋ ਜਿਮ ਹੋਏ। ਔਰ ਸਰਵਣ ਕਰਨ ਦਾ ਚੌਥਾ ਪ੍ਰਯੋਜਨ ਕਾਰਨ ਲੋੜ ਕੀ ਹੈ? ਫਲ ਪ੍ਰਾਪਤ ਹੋ ਜਾਵੇ। ਤੇ ਇਹ ਸੁਣਨ ਦੇ ਨਾਲ ਕੀ ਫਲ ਪ੍ਰਾਪਤ ਹੋਵੇਗਾ? ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਾ ਇਕ ਦੇ ਬੁਝਾਇ ਭੇਦੰ। ਤਾਂ ਇਸ ਨੂੰ ਸੁਣਨ ਦਾ, ਅਧਿਆਤਮਕ ਵਿਚਾਰਾਂ ਸੁਣਨ ਦਾ, ਗੁਰਬਾਣੀ ਸੁਣਨ ਦਾ, ਇਤਿਹਾਸ ਸੁਣਨ ਦਾ ਕੀ ਫਾਇਦਾ ਹੋਵੇਗਾ? ਕਿ ਪਰਮੇਸ਼ਰ ਹਰ ਥਾਂ ਵਸਦਾ ਹੈ, ਇਹਦਾ ਗਿਆਨ ਹੋਵੇਗਾ। ਭਗਤ ਪੀਪਾ ਜੀ ਨੂੰ ਗਿਆਨ ਹੋਇਆ ਤੇ ਉਹਨਾਂ ਨੇ ਵੀ ਕਹਿ ਦਿੱਤਾ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਆ ਧੂਪ ਦੀਪ ਨਿਵੇਦਾ ਕਾਇਆ ਪੂਜੋ ਪਾਤੀ ਕਾਇਆ ਬਹੁਖੰਡ ਖੋਜ ਤੇ ਨਵਨਿਧ ਪਾਈ ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੇ। ਤਾਂ ਕੀ ਫਲ ਪ੍ਰਾਪਤ ਹੋਇਆ? ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ, ਇਹ ਗਿਆਨ ਪ੍ਰਾਪਤ ਹੋਇਆ। ਇਸੇ ਤਰ੍ਹਾਂ ਹੀ ਸਾਧੂਆਂ ਸੰਤਾਂ ਨੇ ਕਹਿ ਦਿੱਤਾ, ਘਟ ਘਟ ਮੈਂ ਹਰਜੂ ਵਸੈ, ਸਾਰਿਆਂ ਦੇ ਵਿੱਚ ਉਸ ਹਰੀ ਦਾ ਵਾਸਾ ਹੈ। ਇਹ ਗਿਆਨ ਇੱਥੇ ਆ ਕੇ ਪ੍ਰਾਪਤ ਹੋਇਆ। ਹੁਣ ਇਹ ਗਿਆਨ ਤਾਂ ਪ੍ਰਾਪਤ ਹੋ ਗਿਆ, ਹੁਣ ਇਸ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਜਿਸ ਤਰ੍ਹਾਂ ਅਸੀਂ ਦਰਖਤ ਲਾਇਆ ਹੈ, ਉਹਦੀ ਸੇਵਾ ਕੀਤੀ ਹੈ, ਉਹਨੂੰ ਪਾਣੀ ਪਾਇਆ, ਉਹਦੀ ਸੰਭਾਲ ਕੀਤੀ ਹੈ, ਸਮਾਂ ਆਉਣ 'ਤੇ ਉਹਨੇ ਫਲ ਦਿੱਤਾ ਹੈ। ਹੁਣ ਜੀ ਉਹ ਫਲ ਖਾਈਏ ਨਾ ਤੇ ਫਿਰ ਸੇਵਾ ਕਰਨ ਦਾ ਕੀ ਫਾਇਦਾ? ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਆਪਾਂ ਰੋਜ਼ ਆਉਣੇ ਆ ਜ਼ਿੰਦਗੀ ਵਿੱਚ, ਕੋਈ 20 ਸਾਲਾਂ ਤੋਂ ਕੋਈ 50 ਸਾਲਾਂ ਤੋਂ ਗੁਰੂ ਘਰ ਆ ਰਿਹਾ ਹੈ, ਸੁਣ ਰਿਹਾ ਹੈ ਕਥਾ ਕੀਰਤਨ ਗੁਰਬਾਣੀ ਸਹਿਜ ਪਾਠ ਖੰਡ ਪਾਠ ਨਿਤਨੇਮ ਕਰਦਾ ਵੀ ਹੈ, ਸੁਣਦਾ ਵੀ ਹੈ, ਪਰ ਹੁਣ ਉਹਦਾ ਫਲ ਪ੍ਰਾਪਤ ਹੋਇਆ ਗਿਆਨ। ਜਿਉ ਗਿਆਨ ਨੂੰ ਸੂਖਮ ਸਰੀਰ ਦੇ ਰਾਹੀਂ ਛਕਿਆ ਹੀ ਨਾ, ਭਾਵ ਆਪਣੀ ਸੁਰਤ ਵਿੱਚ ਉਹ ਗਿਆਨ ਨੂੰ ਲੈ ਕੇ ਹੀ ਨਾ ਗਿਆ, ਤਾਂ ਫਿਰ ਆਉਣ ਦਾ ਕੀ ਲਾਭ? ਪ੍ਰੀਤਮ ਦਾ ਇਸੇ ਵਿਸ਼ੇ 'ਤੇ ਬਚਨ ਹੈ, ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਲਾਗੋ ਭਾਓ। ਗੁਰੂ 'ਤੇ ਭਰੋਸਾ ਨਹੀਂ, ਸ਼ਬਦ ਨਾਲ ਪਿਆਰ ਨਹੀਂ, ਗੁਰਬਾਣੀ ਨਾਲ ਪਿਆਰ ਨਹੀਂ ਪਿਆ, ਗੁਰੂ 'ਤੇ ਭਰੋਸਾ ਨਹੀਂ ਕਰਦਾ, ਫਿਰ ਆਉਣ ਦਾ ਕੀ ਫਾਇਦਾ? ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ 100 ਗੇੜਾ ਆਓ ਜਾਓ। ਫਿਰ ਭਾਵੇਂ ਦਿਨ ਵਿੱਚ ਦੀ 12 ਵਾਰੀ ਆ ਕੇ ਮੱਥਾ ਟੇਕ ਜੋ, 100 ਵਾਰੀ ਟੇਕ ਜੋ। ਕੋ ਸਤਿਨਾਮ। ਆਉਣ ਦਾ ਤਾਂ ਫਾਇਦਾ ਜੇ ਕੁਝ ਗ੍ਰਹਿਣ ਕਰੀਏ। ਜੇ ਬਾਜ਼ਾਰ ਜਾਈਏ ਸੌਦਾ ਲੈਣ ਤੇ ਸੌਦਾ ਲੈ ਕੇ ਆਈਏ, ਜੇ ਹੱਥ ਨੇ ਖਾਲੀ ਘਰੇ ਮੁੜ ਆਏ ਤੇ ਘਰ ਦੇ ਕਹਿਣਗੇ ਗਿਆ ਨਹੀਂ ਬਾਜ਼ਾਰ, ਗਿਆ ਸੀਗਾ ਸੌਦਾ, ਉਹ ਤਾਂ ਪੈਸੇ ਗਵਾਚ ਗਏ। ਕਹੋ ਸਤਿਨਾਮ। ਤੋ ਮਨੁੱਖ ਵੀ ਜਿਹੜਾ ਹੈ ਆਪਣੇ ਸਵਾਸਾਂ ਦੀ ਪੂੰਜੀ ਨੂੰ ਗਵਾਉਂਦਾ ਜਾ ਰਿਹਾ। ਜਿਹੜਾ ਸੌਦਾ ਲੈਣ ਆਇਆ ਉਹ ਲੈ ਕੇ ਨਹੀਂ ਜਾ ਰਿਹਾ। ਤਾਂ ਤੇ ਪ੍ਰੀਤਮ ਜੀ ਇਸ ਵਿਸ਼ੇ 'ਤੇ ਵੀ ਸਮਝਾਉਂਦੇ ਆ, ਵੰਜ ਕਰੋ ਵਣਜਾਰਿਓ ਵਖਰ ਲਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਅਸੀਂ ਵਪਾਰੀ ਬਣ ਕੇ ਆਏ ਹਾਂ, ਸਵਾਸਾਂ ਦੀ ਪੂੰਜੀ ਕਿਸੇ ਨੂੰ ਥੋੜ੍ਹੀ ਕਿਸੇ ਨੂੰ ਬਹੁਤੀ ਦਿੱਤੀ ਹੈ, ਗਿਣ ਕੇ ਦਿੱਤੀ ਹੈ। ਇਹਦੇ ਵੱਡੇ ਆਪਾਂ ਹੁਣ ਸੌਦਾ ਕਰਨਾ ਸੀ ਨਾਮ ਦਾ, ਕਿਉਂਕਿ ਨਾਮ ਦਾ ਸੌਦਾ ਸਵਾਸਾਂ ਨਾਲ ਹੀ ਹੁੰਦਾ, ਪੈਸਿਆਂ ਨਾਲ ਨਹੀਂ ਖਰੀਦਿਆ ਜਾਂਦਾ। ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਜਿੰਨੇ ਸਵਾਸ ਆਪਾਂ ਨਾਮ 'ਤੇ ਲਾਤੇ ਉਹ ਸਵਾਸ ਆਪਣੇ ਲੇਖੇ 'ਚ ਪੈ ਗਏ, ਅਤੇ ਜਿਹੜੇ ਹੋਰ ਕਿਧਰੇ ਲਾਗੇ ਵਿਸ਼ੇ ਵਿਕਾਰਾਂ 'ਤੇ ਲੜਾਈਆਂ ਝਗੜਿਆਂ 'ਤੇ ਉਹ ਸਵਾਸ ਐਵੇਂ ਗਏ ਸਾਡੇ। ਜਿਵੇਂ ਕਿਸੇ ਦੇ ਜੇਬ 'ਚੋਂ ਪੈਸੇ ਡਿੱਗ ਜਾਣ, ਇੱਦਾਂ ਹੀ ਡਿੱਗ ਗਏ ਸਾਡੇ, ਖਤਮ ਹੋ ਗਏ। ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਉਹ ਵਣਜਾਰਿਓ ਤੁਸੀਂ ਵਣਜ ਕਰਨ ਆਇਓ, ਵਪਾਰ ਕਰਨ ਆਇਓ, ਅਤੇ ਵਪਾਰ ਉਹ ਵਸਤੂ ਦਾ ਕਰਿਓ ਜਿਹੜੀ ਨਾਲ ਜਾ ਸਕੇ। ਮਹਿਤਾ ਕਾਲੂ ਜੀ ਕਹਿੰਦੇ, ਜਾ ਪੁੱਤਰ ਤੈਨੂੰ ਮੈਂ 20 ਰੁਪਈਏ ਦਿੰਦਾ, ਤੂੰ ਕੋਈ ਇਹੋ ਜਿਹਾ ਸੌਦਾ ਕਰ ਜਿਹਦੇ ਨਾਲ ਤੈਨੂੰ ਵਾਧਾ ਹੋਵੇ, ਅਤੇ ਮੈਨੂੰ ਇਹ 20 ਰੁਪਈਆਂ ਤੋਂ ਵਧਾ ਕੇ ਵਿਖਾ। ਅਤੇ ਨਾਲ ਉਹਨਾਂ ਦੇ ਸਹਾਇਕ ਭੇਜ ਦਿੱਤਾ, ਭਾਈ ਬਾਲਾ ਜੀ ਉਹਨਾਂ ਦਾ ਮਿੱਤਰ। ਅਤੇ ਚਲਦੇ ਚਲਦੇ ਇੱਕ ਜੰਗਲ 'ਚੋਂ ਲੰਘਣਾ ਪਿਆ, ਚੂੜਕਾਣੇ ਦੀ ਮੰਡੀ ਸ਼ਹਿਰ ਜਾਣਾ ਸੀ। ਵਿਚਾਲੇ ਇੱਕ ਜੰਗਲ ਜਿਹਾ ਆਉਂਦਾ, ਉੱਥੇ ਰੁਕੇ ਤਾਂ ਕੁਝ ਸਾਧੂ ਸਿਮਰਨ ਭਜਨ ਬੰਦਗੀ ਕਰ ਰਹੇ ਹੈ, ਅਤੇ ਬਾਬਾ ਨਾਨਕ ਜੀ ਉਹਨਾਂ ਨੂੰ ਦੇਖ ਕੇ ਉਹਨਾਂ ਵੱਲ ਨੂੰ ਹੋ ਤੁਰੇ। ਔਰ ਜਿਹੜਾ ਉਹਨਾਂ ਦਾ ਮੁਖੀ ਸਾਧੂ ਹੈ ਉਹਦੇ ਕੋਲ ਜਾ ਬੈਠੇ।
ਗੱਲਾਂ ਬਾਤਾਂ ਚੱਲੀਆਂ। ਸਾਧੂਆਂ ਦਾ ਜੀਵਨ ਦੇਖ ਕੇ ਪਾਤਸ਼ਾਹ ਕਹਿੰਦੇ ਕੀ ਗੱਲ ਮਹਾਰਾਜ, ਇਹ ਤੁਹਾਡੇ ਜਿਹੜੇ ਚੇਲੇ ਵਾਲ ਕੇ ਹੈ, ਤਪੱਸਿਆ ਕਰ ਰਹੇ ਆ, ਇਹਨਾਂ ਨੂੰ ਕੱਪੜੇ ਮਿਲਦੇ ਨਹੀਂ ਕਿ ਪਾਉਂਦੇ ਨਹੀਂ, ਇਹ ਸਵਾਹ ਮਲੀ ਹੋਈ ਆ। ਮੈਨੂੰ ਲੱਗਦਾ ਹੈ ਜਿਵੇਂ ਬਾਹਰ ਕੱਪੜੇ ਨਹੀਂ ਪਾਏ, ਅੰਦਰ ਰੋਟੀ ਵੀ ਨਹੀਂ ਪਾਉਂਦੇ ਹੋਣੇ। ਤਾਂ ਉਹ ਜਿਹੜਾ ਸਾਧੂ ਸੀਗਾ ਜਿਸ ਦਾ ਨਾਮ ਸੀ ਸੰਤ ਰੇਨ, ਤਾਂ ਉਹ ਸੰਤ ਰੇਨ ਨੂੰ ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ, ਤੇ ਸੰਤ ਰੇਨ ਕਹਿਣ ਲੱਗਿਆ, ਬਾਲਕੇ ਅਸੀਂ ਤਾਂ ਪਰਮੇਸ਼ਰ ਦੇ ਜਿਹੜਾ ਹੈ ਕਿਰਪਾ ਦੇ ਨਾਲ ਹੀ ਚੱਲਦੇ ਆ। ਜੇ ਭੇਜ ਦਿੰਦਾ ਛਕ ਲੈਂਦੇ ਆ, ਜੋ ਦੇ ਦਿੰਦਾ ਵਰਤ ਲੈਂਦੇ ਆ, ਨਹੀਂ ਤਾਂ ਬੈਠੇ ਆ ਇੱਥੇ ਸੰਤੋਖ ਦੇ ਆਸਣ 'ਤੇ। ਇਹ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਬਾਬਾ ਨਾਨਕ ਜੀ ਭਾਈ ਬਾਲੇ ਨੂੰ ਕਹਿੰਦੇ, ਬਾਲਿਆ ਮੈਨੂੰ ਲੱਗਦਾ ਇਹ ਸੌਦਾ ਵਧੀਆ, ਆਪਾਂ ਇਹੀ ਸੌਦਾ ਲੈ ਲਈਏ। ਕਹੋ ਸਤਿਨਾਮ। ਭਾਈ ਬਾਲਾ ਜੀ ਕਹਿੰਦੇ, ਬਾਪੂ ਨੇ ਇਹ ਸੌਦਾ ਖਰੀਦਣ ਨਹੀਂ ਭੇਜਿਆ ਤੁਹਾਨੂੰ, ਉਹਨਾਂ ਨੇ ਬਾਜ਼ਾਰ 'ਚੋਂ ਕੋਈ ਖੰਡ ਤੇਲ, ਕੋਈ ਨੂਣ ਆਦਿ ਵਸਤੂਆਂ ਦਾ ਵਪਾਰ ਕਰਨ ਭੇਜਿਆ। ਕਹਿੰਦੇ ਨਹੀਂ ਨਹੀਂ, ਉਹਨਾਂ ਨੇ ਇਹ ਵੀ ਕਿਹਾ ਸੀਗਾ ਇਹੋ ਜਿਹਾ ਸੌਦਾ ਕਰਿਓ ਜਿਹੜੇ 'ਚੋਂ ਘਾਟਾ ਨਾ ਪਵੇ, ਅਤੇ ਆਪਾਂ ਕਿਉਂ ਨਾ ਇਹ ਜਿਹੜੇ 20 ਰੁਪਈਏ ਇਹਨਾਂ ਨੂੰ ਭੋਜਨ ਛਕਾ ਦਈਏ, ਇਹ ਤੋਂ ਵਧੀਆ ਸੌਦਾ ਕਿਹੜਾ ਹੋ ਸਕਦਾ। ਕੋਈ ਸਤਿਨਾਮ। ਹੁਣ ਭਾਈ ਬਾਲਾ ਜੀ ਨੂੰ ਮਹਿਤਾ ਕਾਲੂ ਜੀ ਦੇ ਸੁਭਾਅ ਦਾ ਵੀ ਪਤਾ ਹੈ, ਉਹਨਾਂ ਨੇ ਵੀ ਪਤਾ ਭੇਜਿਆ ਕਾਹਦੇ ਵਾਸਤੇ ਹੈ। ਪਰ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ, ਵੇਖੋ ਜੀ ਮੈਂ ਜ਼ਿੰਮੇਵਾਰ ਨਹੀਂ ਹੈਗਾ, ਹੁਣ ਤੁਹਾਡੇ ਪੈਸੇ ਆ, ਤੁਹਾਡੇ ਬਾਪੂ ਨੇ ਦਿੱਤੇ ਆ, ਜਿੱਥੇ ਮਰਜ਼ੀ ਵਰਤੋ, ਸੌਦਾ ਜਿਹੜਾ ਮਰਜ਼ੀ ਖਰੀਦੋ, ਤੁਹਾਨੂੰ ਪਤਾ ਹੈ, ਪਰ ਮੈਂ ਜ਼ਿੰਮੇਵਾਰ ਨਹੀਂ ਬਣਨਾ ਵਿੱਚ। ਕਹਿੰਦੇ ਲਿਆ ਫੜਾ ਥੈਲੀ। ਥੈਲੀ ਫੜਾਈ ਅਤੇ ਸਾਧੂ ਰੇਨ ਦੇ ਮੂਹਰੇ ਰੱਖਤੀ, ਲਓ ਮਹਾਂਪੁਰਸ਼ੋ ਆਹ ਮਾਇਆ ਵੀ ਪਰਮੇਸ਼ਰ ਨੇ ਭੇਜੀ ਹੈ ਅਤੇ ਤੁਸੀਂ ਇਹਦਾ ਭੋਜਨ ਛਕ ਲਓ। ਸਾਧੂ ਕਹਿਣ ਲੱਗਿਆ ਵੀ ਅਸੀਂ ਤਾਂ ਬਾਜ਼ਾਰ 'ਚ ਜਾਣਾ ਹੀ ਨਹੀਂ, ਮੰਡੀ 'ਚ ਜਾਣਾ ਹੀ ਨਹੀਂ, ਤੁਸੀਂ ਇਹ ਪੈਸੇ ਚੱਕ ਲਓ, ਜੋ ਲਿਆ ਕੇ ਦੇਣਾ ਰਾਸ਼ਨ ਪਾਣੀ ਇੱਥੇ ਲਿਆ ਦਿਓ। ਅਤੇ ਉਹਨਾਂ ਨੇ ਉਹ 20 ਰੁਪਈਆਂ ਦਾ ਆਟਾ, ਖੰਡ, ਦੁੱਧ, ਚੌਲ ਆਦਿ ਖੀਰ ਬਣਾਉਣ ਵਾਸਤੇ ਸਾਰਾ ਸਮਾਨ ਗੱਡਾ ਭਰ ਕੇ ਲਿਆ ਕੇ ਰੱਖਤਾ ਅਤੇ ਛੱਡ ਕੇ ਉਹਨਾਂ ਕੋਲੇ, ਅਤੇ ਕਹਿੰਦੇ ਬਣਾ ਵੀ ਦਈਏ ਜੀ। ਕਹਿੰਦੇ ਨਹੀਂ ਅਸੀਂ ਆਪੇ ਬਣਾ ਲਾਂਗੇ, ਤੁਸੀਂ ਚਲੇ ਜਾਓ ਮਹਾਂਪੁਰਸ਼ੋ। ਸਾਧੂ ਨੇ ਕੁਝ ਵੇਖਿਆ ਸਾਹਿਬ ਨਾਨਕ ਜੀ ਵਿੱਚੋਂ ਅਤੇ ਵਾਪਸ ਆ ਗਏ। ਅਤੇ ਹੁਣ ਮੁੜਦੇ ਹੋਏ ਭਾਈ ਬਾਲੇ ਨੂੰ ਕਹਿੰਦੇ, ਬਾਲਿਆ ਪਾਏ ਕੀ ਕੀਤਾ, ਕੀ ਕੀਤਾ? ਕਹਿੰਦੇ ਬਾਪੂ ਲੜੂਗਾ, ਹੁਣ ਆਪਾਂ ਘਰੇ ਜਾਵਾਂਗੇ, ਉਹ ਕਹੂਗਾ ਸੌਦਾ ਕਿੱਥੇ ਆ। ਕਹੋ ਸਤਿਨਾਮ। ਸੰਸਾਰੀ ਬਾਪੂ ਤੋਂ ਡਰ ਲੱਗਦਾ, ਪਰ ਉਹ ਜਿਹੜਾ ਪਰਮੇਸ਼ਰ ਬਾਪੂ ਆ ਜਿਹਨੇ ਜਿਹੜਾ ਸੌਦਾ ਕਰਨ ਭੇਜਿਆ ਉਹਦੇ ਮੁਤਾਬਕ ਸਹੀ ਕੀਤਾ ਹੈ। ਕਹੋ ਸਤਿਨਾਮ ਸ੍ਰੀ। ਭਾਈ ਬਾਲਾ ਜੀ ਕਹਿੰਦੇ ਮੈਂ ਕੀ ਕਰ ਸਕਦਾ, ਹੁਣ ਇਹ ਤੁਸੀਂ ਪਹਿਲਾਂ ਸੋਚਣਾ ਸੀਗਾ, ਉਹ ਤਾਂ ਤੁਸੀਂ ਕਹਿਤਾ ਸੌਦਾ ਵਧੀਆ ਹੈ, ਹੁਣ ਤੁਸੀਂ ਵਰਤੋ, ਤੁਸੀਂ ਸਮਝੋ ਕੀ ਹੋਣਾ ਅੱਗੇ ਜਾ ਕੇ। ਅਤੇ ਗੁਰੂ ਪਿਆਰੋ ਸਾਖੀ ਤੁਸੀਂ ਜਾਣਦੇ ਹੋ, ਫਿਰ ਝਗੜਾ ਹੋਇਆ। ਮਹਿਤਾ ਕਾਲੂ ਜੀ ਕਹਿੰਦੇ ਤੂੰ 20 ਰੁਪਈਏ ਖਰਾਬ ਕਰਤੇ ਮੇਰੇ, ਤੂੰ ਕੁਛ ਕਮਾਉਂਦਾ ਨਹੀਂ, ਸਭ ਕੁਝ ਖਰਾਬ ਕਰੀ ਜਾਂਦਾ। ਤੂੰ ਸਤਿਗੁਰ ਨੇ ਸਾਨੂੰ ਕੁਝ ਸਿੱਖਿਆਵਾਂ ਆਪਣੇ ਜੀਵਨ ਦੇ ਵਿੱਚ ਦੁੱਖ ਝੱਲ ਕੇ ਵੀ ਦੇਣੀਆਂ ਕੀਤੀਆਂ ਵੀ ਸੇਵਾ ਅਤੇ ਸਿਮਰਨ ਜਿਹੜਾ ਹੈ ਇਹ ਜੀਵ ਦਾ ਸਹੀ ਸੌਦਾ ਹੈ। ਸੇਵਾ ਵੀ ਕਰਨੀ ਚਾਹੀਦੀ ਹੈ। ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਇਹ ਉਪਦੇਸ਼ ਦਿੱਤੇ ਸਤਿਗੁਰੂ ਮਹਾਰਾਜ ਜੀ ਨੇ। ਭਾਵੇਂ ਪਿਤਾ ਵੱਲੋਂ ਝਿੜਕਾਂ ਵੀ ਖਾਧੀਆਂ ਔਰ ਪਿਤਾ ਗੁੱਸੇ ਵੀ ਹੋਇਆ, ਪਰ ਜਿਹੜਾ ਸੌਦਾ ਕਰਨ ਆਏ ਸੀ ਉਹ ਕਰਕੇ ਗਏ ਆ। ਇਸੇ ਤਰ੍ਹਾਂ ਹੀ ਆਪਾਂ ਨੂੰ ਵੀ ਸੌਦਾ ਕਰਨ ਦਾ ਉਹੀ ਹੁਕਮ ਦਿੰਦੇ ਆ, ਸੇਵਾ ਸਿਮਰਨ ਦਾ ਸੌਦਾ ਕਰੋ। ਅਤੇ ਇਹ ਸੇਵਾ ਸਿਮਰਨ ਕੀਤਾ ਤੁਹਾਡੀ ਸੁਰਤ ਦੇ ਨਾਲ ਜਾਵੇਗਾ। ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ, ਆਗਿਆ ਸ਼ਾਹੋ ਸੁਜਾਨ ਹੈ। ਸਾਡਾ ਮਾਲਕ ਪਰਮੇਸ਼ਰ ਬੜਾ ਸਿਆਣਾ ਹੈ, ਮੰਗੂਗਾ ਵੀ ਲਿਆ ਕੀ ਲੈ ਕੇ ਆਇਆ, ਲੈਸੀ ਵਸਤ ਸੰਭਾਲ। ਉਹ ਪੁੱਛੂਗਾ ਲਿਆ ਕੀ ਲੈ ਕੇ ਆਏ ਆ। ਅਤੇ ਇਸ ਕਰਕੇ ਸਿਮਰਨ ਭਜਨ ਲੈ ਕੇ ਚੱਲੋ। ਸਰਵਣ ਕਰਨ ਦਾ ਮਤਲਬ ਹੈ ਕਿ ਜੋ ਸਰਵਣ ਕੀਤਾ ਉਹਨੂੰ ਸੁਰਤ ਵਿੱਚ ਗ੍ਰਹਿਣ ਕਰ ਲਓ। ਜਿਵੇਂ ਅਸੀਂ ਮਾਇਆ ਤੌਰ 'ਤੇ ਕਮਾਈ ਕੀਤੀ ਹੈ ਅਤੇ ਉਹਨੂੰ ਖਜ਼ਾਨੇ ਵਿੱਚ ਰੱਖਦੇ ਹਾਂ, ਸ਼ਬਦ ਨੂੰ ਸੁਰਤ ਵਿੱਚ ਰੱਖਣਾ ਤਾਂ ਤੇ ਜਦੋਂ ਕੱਲ੍ਹ ਨੂੰ ਸਰੀਰ ਛੱਡ ਗਏ ਅਤੇ ਸੁਰਤ ਦੇ ਨਾਲ ਇਹ ਭਜਨ ਬੰਦਗੀ ਨਾਲ ਜਾਵੇਗੀ। ਇਸ ਕਰਕੇ ਚੌਥਾ ਸਰਵਣ ਕਰਨ ਦਾ ਫਲ ਜਿਹੜਾ ਹੈ ਉਹ ਹੈ ਗਿਆਨ। ਅਤੇ ਗਿਆਨ ਹੋਇਆ ਅਤੇ ਫਿਰ ਕੀ ਪਤਾ ਲੱਗਿਆ ਹੈ ਜੀ? ਨਿਤ ਸਤਿਗੁਰ ਕੀ ਸੇਵਾ ਕਰਨੀ, ਗੁਰ ਤੇ ਗਿਆਨ ਪ੍ਰਾਪਤੀ ਬਰਨੀ। ਗਿਆਨ ਹੋਣ ਤੋਂ ਬਾਅਦ ਇਹ ਪਤਾ ਲੱਗਿਆ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ।
ਸਭਨਾ ਜੀਆਂ ਪਾਤਸ਼ਾਹ ਜੀ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ, ਗੁਰਾਂ ਇੱਕ ਦੇਹ 부ਝਾਈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਕਹਿੰਦੇ ਹਰ ਥਾਂ 'ਤੇ ਉਸ ਪਰਮੇਸ਼ਰ ਦਾ ਵਾਸਾ ਹੈ। ਸ਼ਬਦ ਵਿੱਚ ਵੀ ਉਹ ਹੈ, ਗੁਰੂ ਵਿੱਚ ਵੀ ਉਹ ਹੈ, ਸਿੱਖ ਦੇ ਵਿੱਚ ਵੀ ਉਹ ਹੈ। ਗੁਰੂ ਨੇ ਮੈਨੂੰ ਇਹ ਗੱਲ ਸਮਝਾਈ ਹੈ, ਹਰ ਥਾਂ ਉਸ ਦਾ ਵਾਸਾ ਹੈ ਅਤੇ ਉਸ ਨੂੰ ਜਾਣਨਾ ਕਰੋ। ਹੋਰ ਕੀ ਕਰਨਾ ਹੈ? ਸਤਿਗੁਰ ਕੀ ਸੇਵਾ ਕਰਨੀ, ਗੁਰ ਤੇ ਗਿਆਨ ਪ੍ਰਾਪਤੀ ਕਰਨੀ। ਔਰ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਕੋਲੋਂ ਗਿਆਨ ਨੂੰ ਪ੍ਰਾਪਤ ਕਰਨਾ ਜੀ। ਮੁਕਤ ਦੇਤ ਹੈ ਆਤਮ ਗਿਆਨ, ਇਤਿਆਤਿਕ ਜੈ ਕੀਨ ਬਖਾਨ। ਔਰ ਇਹ ਜਿਹੜਾ ਗਿਆਨ ਹੈ ਤੁਹਾਨੂੰ ਮੁਕਤ ਕਰੇਗਾ। ਹੁਣ ਮੁਕਤ ਤੇ ਬੰਧਨ, ਸਾਨੂੰ ਇਹਦੀ ਥੋੜੀ ਗੱਲ ਸਮਝ ਲੈਣੀ ਚਾਹੀਦੀ ਹੈ। ਮੁਕਤ ਕੀ ਆ? ਸਾਰੀ ਦੁਨੀਆ ਚੱਕਰ 'ਚ ਪਈ ਹੋਈ ਆ, ਮੁਕਤੀ ਹੋਵੇ ਮੁਕਤੀ ਹੋਵੇ। ਤੇ ਮੁਕਤੀ ਹੋਣ ਤੋਂ ਪਹਿਲਾਂ ਪਤਾ ਲੱਗੇ ਵੀ ਅਸੀਂ ਬੰਨੇ ਕਿੱਥੇ ਆ ਜਿਹੜਾ ਮੁਕਤੀ ਭਾਲਦੇ ਆ। ਕੋਈ ਸਤਨਾਮ ਸ੍ਰੀ। ਬੰਧਨ ਕੀ ਹੈ ਸਾਨੂੰ? ਬੰਧਨ ਹੈ ਅਗਿਆਨਤਾ, ਤੇ ਗਿਆਨ ਦੇ ਨਾਲ ਇਹ ਜੀਵ ਆਤਮਾ ਆਜ਼ਾਦ ਹੋ ਜਾਂਦੀ ਹੈ। ਜਿਵੇਂ ਅਗਿਆਨਤਾ, ਮੂੰਹ ਸੋਝਲੇ ਹਨੇਰੇ ਵਿੱਚ ਤੁਸੀਂ ਉੱਠੇ, ਥੋੜਾ ਥੋੜਾ ਦਿਸਦਾ, ਪੂਰਾ ਨਹੀਂ ਦਿਸਦਾ। ਪੈਰ ਦੇ ਹੇਠਾਂ ਕੋਈ ਕੂਲੀ ਰੱਸੀ ਆਈ ਆ ਔਰ ਵੇਖ ਕੇ ਇੱਕਦਮ ਤੁਸੀਂ ਇਹ ਮੰਨ ਲਿਆ ਕਿ ਸੱਪ ਪਿਆ। ਕੋਈ ਸਤਨਾਮ ਸੀ। ਇਹ ਕੀ ਹੈ? ਭਰਮ। ਤੁਸੀਂ ਭਰਮ ਪੈਦਾ ਕਰ ਲਿਆ ਆਪੇ ਹੀ, ਬਈ ਸੱਪ ਪਿਆ ਹੈ। ਤੇ ਸੱਪ ਕਹਿੰਦੇ ਆ, ਤੁਸੀਂ ਡਰ ਵੀ ਗਏ, ਤਰਬ ਕੇ ਪਿੱਛੇ ਹਟੇ, ਅਗਿਆਨਤਾ ਕਰਕੇ ਡਰ ਗਏ ਨਾ। ਹੁਣ ਉੱਥੇ ਪੂਰਾ ਦਿਸਦਾ ਨਹੀਂ ਤਾਂ ਤੇ ਭੱਜ ਕੇ ਬੈਟਰੀ ਚੱਕੀ, ਲਾਈਟ ਚੱਕੀ, ਦੀਵਾ ਜਗਾਇਆ, ਮੋਮਬੱਤੀ ਜਗਾਈ, ਤੇ ਜਦ ਉੱਥੇ ਪੂਰਾ ਚਾਨਣ ਕੀਤਾ ਤੇ ਉਹ ਚਾਨਣ ਨੇ ਸਾਨੂੰ ਉਸ ਭਰਮ ਤੋਂ ਮੁਕਤ ਕਰਤਾ। ਮੋਈ ਇਹ ਤਾਂ ਰੱਸੀ ਸੀ, ਐਵੇਂ ਡਰੀ ਜਾਂਦਾ, ਸੱਪ ਥੋੜਾ ਹੀ ਆ। ਕੋਈ ਸਤਨਾਮ। ਤਾਂ ਸਾਨੂੰ ਬੰਧਨ ਕਿਹੜੇ ਆ? ਅਗਿਆਨਤਾ ਦੇ, ਮੋਹ ਮਮਤਾ ਦੇ, ਵਿਸ਼ੇ ਵਿਕਾਰਾਂ ਦੇ, ਭਰਮਾਂ ਦੇ। ਭਾਈ ਭਿਖਾਰੀ ਦਾ ਬੰਧਨ ਟੁੱਟ ਗਿਆ ਮੋਹ ਦਾ। ਪੁੱਤਰ ਦਾ ਵਿਆਹ ਵੀ ਕੀਤਾ ਹੈ ਔਰ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਹੈ, ਤੇ ਉਸ ਮੋਹ ਤੋਂ ਉੱਚੇ ਨਿਕਲ ਚੁੱਕੇ ਨੇ। ਇਸ ਕਰਕੇ ਇਹ ਜਿਹੜਾ ਸੁਣਨਾ ਹੈ ਗੁਰਬਾਣੀ ਦਾ, ਕਥਾ ਕੀਰਤਨ ਦਾ ਸਰਵਣ ਕਰਨਾ, ਜਿਹੜਾ ਗੁਰੂ ਦੀ ਸੇਵਾ ਕਰਨੀ, ਸਿਮਰਨ ਕਰਨਾ, ਇਹਦਾ ਫਲ ਤੁਹਾਨੂੰ ਮਿਲੇਗਾ ਗਿਆਨ, ਸ਼ੁੱਧ ਗਿਆਨ। ਇਹ ਗਿਆਨ ਤੁਹਾਨੂੰ ਜਿਹੜੇ ਦੁਨੀਆ ਦੇ ਬਣਾਏ ਹੋਏ ਬੰਧਨ ਹਨ ਇਹਨਾਂ ਤੋਂ ਮੁਕਤ ਕਰੇਗਾ। ਜਿਵੇਂ ਅਗਿਆਨਤਾ ਵਿੱਚ ਬੰਦਾ ਕਹਿੰਦਾ ਯਾਰ ਐਤਕੀ ਆਪਣੀ ਮੱਝ ਖਰਾਬ ਹੋ ਗਈ, ਸੂਆ ਖਰਾਬ ਹੋ ਗਿਆ। ਇਹ ਕਿਉਂ ਹੋ ਗਿਆ? ਬੀਬੀਆਂ ਕਹਿੰਦੀਆਂ ਆਪਾਂ ਬੁੜੇ ਦੇ ਲੱਸੀ ਨਹੀਂ ਪਾ ਕੇ ਆਉਂਦੇ। ਕੋ ਸਤਨਾਮ। ਭਰਮੀ ਸੀ ਨਾ ਇਹ। ਐਸੇ ਭਰਮ ਠੋਕ ਠੋਕ ਕੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਕੁਝ ਬ੍ਰਾਹਮਣਾਂ ਨੇ, ਕੁਝ ਉਹਨਾਂ ਦੇ ਆਪਣੇ ਸਵਾਰਥੀ ਕੰਮ ਚਲਾਉਣ ਵਾਸਤੇ, ਆਪਣੀਆਂ ਰੋਟੀਆਂ ਸੇਕਣ ਵਾਸਤੇ ਐਸੇ ਭਰਮ ਸਾਡੇ ਦਿਮਾਗ 'ਚ ਭਰਤੇ ਜਿਹੜੇ ਕੱਢਣੇ ਔਖੇ ਹੋਏ ਪਏ ਆ। ਕੋਈ ਸਤਨਾਮ। ਇਹ ਭਰਮ ਨਿਕਲਣਗੇ ਗਿਆਨ ਦੇ ਨਾਲ, ਉੱਦਾਂ ਤਾਂ ਨਿਕਲਦੇ ਨਹੀਂਗੇ। ਗਿਆਨ ਹੋਵੇਗਾ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਜਾਵਾਂਗੇ, ਨਹੀਂ ਤਾਂ ਫਿਰ ਅਸੀਂ ਲੱਸੀਆਂ ਪਾਈ ਜਾਵਾਂਗੇ। ਕੋਈ ਸਤਨਾਮ। ਮੜੀਆਂ ਮਸਾਣੀਆਂ ਤੇ ਅਸੀਂ ਜਾਂਦੇ ਹਾਂ, ਜਾ ਕੇ ਡੋਲੂ ਪਾਣੀ ਦਾ ਲੈਂਦੇ ਹਾਂ, ਮੜੀ ਨੂੰ ਸਮਾਰ ਕੇ ਧੋਣੇ ਆ, ਸਾਫ਼ ਕਰਦੇ ਹਾਂ, ਮੂਹਰੇ ਕੁੰਡਾ ਜਿਹਾ ਬਣਾਇਆ, ਉਹਨੂੰ ਸਾਫ਼ ਕੀਤਾ, ਉਹ 'ਚ ਲੱਸੀ ਪਾਤੀ। ਅਸੀਂ ਹਜੇ ਤੁਰੇ ਹਾਂ, ਉੱਥੇ ਕੁੱਤਾ ਆਇਆ, ਉਹਨੇ ਲੱਸੀ ਪੀਤੀ ਤੇ ਨਾਲੇ ਉੱਤੇ ਗੰਦ ਪਾ ਗਿਆ। ਕੋਈ ਸਤਨਾਮ। ਫਿਰ ਦੱਸੋ ਉਸ ਕੁੱਤੇ ਦੀ ਲੱਤ ਕਿਉਂ ਨਹੀਂ ਤੋੜੀ ਉਹ ਮੜੀ ਵਾਲੇ ਨੇ? ਅਸਲ ਵਿੱਚ ਤੂੰ ਆਪ ਹੀ ਇੱਟਾਂ ਲਾਈਆਂ ਤੇ ਆਪ ਹੀ ਭਰਮ ਪੈਦਾ ਕਰਕੇ ਆਪ ਹੀ ਡਰੀ ਜਾਂਦਾ ਹੈ। ਇਹਨਾਂ ਭਰਮਾਂ ਨੂੰ ਗੁਰੂ ਨੇ ਦੂਰ ਕਰਨਾ ਹੈ। ਕਿਵੇਂ ਕੀਤਾ? ਕਬੀਰ ਸਾਹਿਬ ਨੂੰ ਪੁੱਛੀਏ। ਜੀਵਤ ਪਿੱਤਰ ਨਾ ਮਾਨਿਆ ਕਹੋ ਮੂਹੇ ਸਰਾਧ ਕਰਾਹੀ, ਪਿੱਤਰ ਪੀ ਬਪਰੇ ਕਹੋ ਕਿਉਂ ਪਾਵੈ, ਕਊਆ ਕੁੱਕਰ ਖਾਹੀ, ਆਪਣ ਪਿੱਤਰ ਨਾ ਐਸੇ ਕਹੀ ਹੈ। ਸਾਡੇ ਜਿਹੜੇ ਪਿੱਤਰ ਹੈ ਉਹ ਕਾਂ ਕੁੱਤੇ ਨਹੀਂ ਬਣੇ ਭਾਈ, ਤੁਹਾਡੇ ਬਣੇ ਹੋਣਗੇ, ਤੁਸੀਂ ਖਵਾਈ ਜਾਓ ਉਹਨਾਂ ਨੂੰ ਸਰਾਧ, ਅਸੀਂ ਤਾਂ ਨਹੀਂ ਖਵਾਉਂਦੇ। ਕਬੀਰ ਸਾਹਿਬ ਜੀ ਕਹਿੰਦੇ ਆਪਣ ਪਿੱਤਰ ਨਾ ਐਸੇ ਕਹੀ ਹੈ, ਸਾਡੇ ਪਿੱਤਰ ਇਹੋ ਜਿਹੇ ਨਹੀਂ। ਤੁਹਾਡੇ ਪਿੱਤਰ ਕਾਂ ਬਣ ਕੇ ਪੂਰੀਆਂ ਖੀਰ ਖਾਣ ਆਉਂਦੇ ਹੋਣਗੇ, ਸਾਡੇ ਤਾਂ ਨਹੀਂ ਖਾਂਦੇ। ਕਿਉਂਕਿ ਨਾਮ ਜਪਣ ਵਾਲਿਆਂ ਦੇ ਪ੍ਰਤਾਪ ਦੇ ਨਾਲ, ਪ੍ਰਭਾਵ ਦੇ ਨਾਲ ਉਹਨਾਂ ਦੀਆਂ 21 ਕੁਲਾਂ ਤੱਕ ਦਾ ਵੀ ਉਧਾਰ ਹੋ ਜਾਂਦਾ। ਪਰ ਜਿਹੜੇ ਬ੍ਰਾਹਮਣਾਂ ਨੇ ਭਰਮ ਪਾਏ ਸੀ, ਜਿਹੜਾ ਕਾਸ਼ੀ ਦੇ ਵਿੱਚ ਵਸੇਗਾ, ਲਖਨਊ ਦੇ ਵਿੱਚ ਵਸੇਗਾ, ਗੰਗਾ 'ਤੇ ਵਸੇਗਾ, ਹਰਿਦੁਆਰ ਵਸੇਗਾ, ਉਹਨਾਂ ਦੀ ਮੁਕਤੀ ਹੋਵੇਗੀ। ਪਰ ਜਿਹੜਾ ਇੱਥੋਂ ਥੋੜ੍ਹੀ ਜਿਹੀ ਦੂਰੀ 'ਤੇ ਇੱਕ ਧਰਤੀ ਆ, ਜਿਹੜਾ ਉੱਥੇ ਜਾ ਕੇ ਵਸੇਗਾ, ਉਹ ਗਧੇ ਦੀ ਜੂਨ 'ਚ ਪੈਣਗੇ। ਲੋਕਾਂ ਨੂੰ ਡਰਾਤਾ
ਲੋਕ ਉੱਥੇ ਜਾਣਾ ਹੀ ਬੰਦ ਕਰਤਾ। ਲੋਕਾਂ ਨੇ ਉਸ ਪਿੰਡ ਨੂੰ ਉਜਾੜ ਹੀ ਦਿੱਤਾ, ਕਿਉਂਕਿ ਉਹਨਾਂ ਨੇ ਆਪਦੇ ਇਲਾਕੇ ਦੀ ਵਸੋਂ ਵਧਾਉਣੀ ਸੀਗੀ ਵੀ ਹਰਿਦੁਆਰ ਦੇ ਵਿੱਚ ਵੱਧ ਤੋਂ ਵੱਧ ਲੋਕ ਵਸਣ ਤਾਂ ਤੇ ਸਾਡਾ ਸਵਾਰਥ ਚੱਲਦਾ ਰਹੇ। ਤੇ ਲੋਕ ਉਧਰ ਨੂੰ ਮੂੰਹ ਨਹੀਂ ਸੀ ਕਰਦੇ ਵੀ ਅਸੀਂ ਕਿਉਂ ਗਧੇ ਬਣੀਏ, ਵੀ ਬਾਹਮਣ ਕਹਿੰਦੇ ਆ ਗਧੇ ਬਣਨਗੇ ਉਹ। ਤੇ ਕਬੀਰ ਸਾਹਿਬ ਨੇ ਜਦੋਂ ਪਤਾ ਕੀਤਾ, ਕਹਿੰਦੇ ਇਹ ਵੀ ਭਰਮ ਕੱਢਣਾ ਪੈਣਾ ਲੋਕਾਂ ਦੇ ਦਿਮਾਗ 'ਚੋਂ ਹੁਣ। ਔਰ ਕਈ ਭਰਮ ਕੱਢਣ ਵਾਸਤੇ ਸਾਧੂਆਂ ਨੇ, ਮਹਾਂਪੁਰਸ਼ਾਂ ਨੇ, ਭਗਤਾਂ ਨੇ, ਗੁਰੂਆਂ ਨੇ ਆਪਣੇ ਜੀਵਨ 'ਤੇ ਚੱਲੇ ਆ ਦੁੱਖ ਉਹਨਾਂ ਚੀਜ਼ਾਂ ਦੇ। ਕਹੋ ਸਤਿਨਾਮ। ਕਿਵੇਂ ਭਲਾ? ਦੁੱਖ ਵੈਸੇ ਹੈ ਨਹੀਂ ਸੀਗਾ, ਉਹ ਲੋਕਾਂ ਨੂੰ ਲੱਗਦਾ ਸੀਗਾ। ਸਗਲ ਜਨਮ ਛੇ ਪੁਰੀ ਗਵਾਇਆ, ਸਾਰੀ ਉਮਰ ਉਹਨਾਂ ਨੇ ਕਾਸ਼ੀ ਦੇ ਵਿੱਚ ਕੱਟੀ ਆ। ਆਖਰੀ ਸਮਾਂ ਆਇਆ, ਥੋੜ੍ਹਾ ਸਮਾਂ ਪਹਿਲਾਂ ਸੀਰ ਤਿਆਗਣ ਤੋਂ ਆਪਣੇ ਸੰਗੀਆਂ ਸਾਥੀਆਂ ਨੂੰ, ਆਪਣੇ ਪਰਿਵਾਰ ਨੂੰ ਕਹਿੰਦੇ ਵੀ ਆਪਾਂ ਨਾ ਦੂਜੇ ਪਿੰਡ ਵਸਣਾ। ਕਹੋ ਸਤਿਨਾਮ। ਦੂਜੇ ਪਿੰਡ ਕਿੱਥੇ? ਕਹਿੰਦੇ ਉੱਥੇ ਜਿੱਥੇ ਜਾ ਕੇ ਲੋਕ ਗਧੇ ਬਣਦੇ ਆ। ਕਹੋ ਸਤਿਨਾਮ। ਉਹ ਸਾਰੇ ਜਿਹੜੇ ਦੋਸਤ ਮਿੱਤਰ ਸੀ ਬਾਬਾ ਜੀ ਦੇ, ਭਗਤ ਕਬੀਰ ਸਾਹਿਬ ਦੇ, ਕਹਿੰਦੇ ਮੂਰਖ ਹੋਏ ਆ, ਸਾਰਾ ਜਨਮ ਤਾਂ ਕਾਸ਼ੀ ਚਲਾਤਾ ਮੁਕਤੀ ਵਾਸਤੇ, ਹੁਣ ਤੁਸੀਂ ਉੱਥੇ ਜਾਓਗੇ। ਕਹਿੰਦੇ ਕਾਸ਼ੀ ਕੁਸ਼ੀ ਕੋਈ ਮੁਕਤੀ ਨਹੀਂ ਕਰਦੀ। ਕਹਿੰਦੇ ਕਾਸ਼ੀ ਨਹੀਂ ਮੁਕਤੀ ਕਰਦੀ, ਮੁਕਤੀ ਨਾਮ ਨੇ ਕਰਨੀ ਆ। ਜਿਹੜਾ ਨਾਮ ਸਾਡੇ ਕੋਲ ਆ ਉਹ ਵੀ ਮੁਕਤੀ ਕਰਨੀ ਆ। ਜੇ ਉਹ ਧਰਤੀ ਮਗਹਰ ਦੀ ਭੂਮੀ, ਜੇ ਉੱਥੇ ਜਾ ਕੇ ਗਧੇ ਬਣਾਂਗੇ ਫਿਰ ਨਾਮ ਦੀ ਕੀ ਪਾਵਰ ਹੈ, ਆਪਾਂ ਉੱਥੇ ਜਾ ਕੇ ਵਸਾਂਗੇ। ਆਖਰੀ ਸਮੇਂ ਉਹਨਾਂ ਨੇ ਜਾਣ ਬੁੱਝ ਕੇ ਉੱਥੇ ਜਾ ਕੇ ਘਰ ਪਾਏ। ਕਹੋ ਸਤਿਨਾਮ। ਸਗਲ ਜਨਮ ਛੇ ਪੁਰੀ ਗਵਾਇਆ, ਮਰਤੀ ਵਾਰ ਮਗਹਰ ਉੱਠ ਆਇਆ। ਕਾਂਸੀ ਮਗਹਰ ਸਮ ਵਿਚਾਰੀ, ਕਹਿੰਦੇ ਧਰਤੀ ਦਾ ਕੋਈ ਨੁਕਸ ਨਹੀਂ, ਨੁਕਸ ਹੈ ਬੰਦੇ ਦੇ ਕਰਮਾਂ ਦਾ। ਹੁਣ ਚੋਰੀ ਕਰੂਗਾ ਤੇ ਕਾਸ਼ੀ ਦੇ ਵਿੱਚ ਵੀ ਜੇਲ੍ਹ ਜਾਊਗਾ। ਕਹੋ ਜਾਂਦੇ ਹੋਣਗੇ, ਬਥੇਰੇ ਗਏ ਹੋਣਗੇ। ਉਹ ਵੱਡੇ ਵੱਡੇ ਸਾਧ ਵੀ ਜੇਲ੍ਹਾਂ 'ਚ ਬੈਠੇ ਆ। ਹੁਣ ਕਹਿਣ ਨੂੰ ਤਾਂ ਉਹ ਸਾਧ ਸੀਗੇ, ਪਰ ਜੇਲ੍ਹਾਂ 'ਚ ਬੈਠੇ ਆ ਮਾੜੇ ਕਰਮਾਂ ਕਰਕੇ। ਤਾਂ ਧਰਤੀ ਦਾ ਨੁਕਸ ਨਹੀਂ, ਬੰਦੇ ਦੇ ਕਰਮਾਂ ਦਾ ਫਲ ਹੈ। ਜਿਹੋ ਜਿਹੇ ਕਰਮ ਕਰਦਾ ਉਹੋ ਜਿਹੇ ਫਲ ਭੋਗਦਾ। ਤੋ ਗਿਆਨ ਜਿਹੜਾ ਹੈ ਇਹ ਤੁਹਾਨੂੰ ਇਹੋ ਜਿਹੇ ਬੰਧਨਾਂ ਤੋਂ ਮੁਕਤ ਕਰੇਗਾ। ਹੋਰ ਕਿਹੜੀ ਮੁਕਤੀ ਹੈ? ਭਗਤ ਨਾਮਦੇਵ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਦੀ ਮੁਕਤੀ ਕਿਹਨੇ ਦੇਖੀ ਆ? ਤੋ ਹੁਣ ਜਿਉਂਦੇ ਨੂੰ ਮੁਕਤ ਕਰਕੇ ਦਿਖਾਤਾ। ਕੀ ਹੋ ਗਿਆ? ਇਹ ਪੰਡੀਆ ਮੋਕੋ ਢੇਡ ਕਹਿਤ ਹੈ। ਇਹ ਮੈਨੂੰ ਸ਼ੂਦਰ ਕਹਿੰਦੀ ਆ ਪੰਡਤ। ਮੰਦਿਰ 'ਚੋਂ ਕੱਢ ਕੇ ਬਾਹਰ ਬਿਠਾਤਾ, ਕਹਿੰਦੇ ਤੂੰ ਸ਼ੂਦਰ ਹੈ, ਮੰਦਿਰ 'ਚ ਨਹੀਂ ਜਾ ਸਕਦਾ। ਤੇ ਨਾਮ ਤਾਂ ਮੈਂ ਤੇਰੇ ਜਪਦਾ ਨਾ, ਤੇ ਲਾਜ ਵੀ ਤੈਨੂੰ ਹੀ ਲੱਗਣੀ ਆ। ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਏ ਲਾ। ਜਦੋਂ ਜਾ ਕੇ ਮੰਦਿਰ ਵਿੱਚ ਬੈਠੇ ਆ ਭਗਤੀ ਕਰਨ ਵਾਸਤੇ, ਉੱਥੇ ਬ੍ਰਾਹਮਣ ਪੁਜਾਰੀ ਬੈਠੇ ਆ। ਉਹ ਕਹਿੰਦੇ ਚੱਲ ਬਾਹਰ ਨਿਕਲ, ਇੱਥੇ ਨਹੀਂ ਬਹਿਣਾ, ਤੂੰ ਸ਼ੂਦਰ ਹੈ, ਤੇਰੀ ਨੀਵੀਂ ਜਾਤ ਹੈ, ਤੂੰ ਮੰਦਿਰ ਪਿੱਟ ਦੇਗਾ। ਉਹ ਜਿਹੜੀ ਸਾਬਣ ਹੀ ਗੰਦੀ ਹੋ ਜੂਗੀ, ਉਹ ਕੱਪੜੇ ਕੀ ਸਾਫ਼ ਕਰੂਗੀ? ਕਦੇ ਸਾਬਣ ਵੀ ਕਿਸੇ ਨੇ ਸਾਫ਼ ਕੀਤੀ ਆ? ਇਸੇ ਤਰ੍ਹਾਂ ਨਾਮ ਜਿਹੜਾ ਉਹ ਕਦੇ ਮੈਲਾ ਨਹੀਂ ਹੁੰਦਾ। ਨਾਮ ਨਾ ਮੈਲਾ ਹੋਏ, ਸੱਚ ਪੁਰਾਣਾ ਨਾ ਥੀਐ। ਨਾਮ ਨਾ ਮੈਲਾ ਹੋਏ, ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਨਾਮ ਕਦੇ ਮੈਲਾ ਨਹੀਂ ਹੁੰਦਾ, ਸਾਬਣ ਕਦੇ ਗੰਦੀ ਨਹੀਂ ਹੁੰਦੀ। ਕਹੋ ਸਤਿਨਾਮ ਸਿੰਘ। ਬਾਹਰ ਆ ਗਏ, ਬਾਹਰ ਕੱਢਤਾ, ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ। ਪਰਮੇਸ਼ਰ ਨੂੰ ਸੰਬੋਧਨ ਕਰਕੇ ਕਹਿੰਦਾ ਹਸਤ ਖੇਲ ਤਾਂ ਤੇਰੇ ਦਿਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਯਾਦ ਮਰਾਇਆ। ਉਹ ਜਾਦਮਾਂ ਦੇ ਮਾਲਕਾ, ਭਾਵ ਉਹ ਕ੍ਰਿਸ਼ਨ ਜੀ ਨੂੰ ਜ਼ਿਆਦਾ ਪੂਜਦੇ ਸੀਗੇ, ਕ੍ਰਿਸ਼ਨ ਦੇ ਸਰੂਪ ਨਾਲ ਜੁੜੇ ਹੋਏ ਸੀ। ਵੈਸੇ ਜੁੜੇ ਪਰਮੇਸ਼ਰ ਨਾਲ ਹੀ ਸੀ। ਯਾਦਵਾਂ ਦੇ ਮਾਲਕਾ, ਇਹ ਮੈਨੂੰ ਨੀਵੀਂ ਜਾਤ ਵਾਲਾ ਕਹਿੰਦੇ ਆ। ਜੇ ਮੈਂ ਨੀਵੀਂ ਜਾਤ ਦਾ ਸੀ ਤੇ ਫਿਰ ਤੂੰ ਦਰਸ਼ਨ ਕਿਉਂ ਦਿੱਤੇ ਮੈਨੂੰ? ਕਹੋ ਸਤਿਨਾਮ। ਹੀਨੜੀ ਜਾਤ ਮੇਰੀ ਯਾਦ ਮਰਾਇਆ, ਛੀਪੈ ਕੇ ਜਨਮ ਕਾਹੇ ਕੋ ਆਇਆ। ਮੈਨੂੰ ਕਿਉਂ ਛੀਂਬੇ ਦੇ ਜਨਮ 'ਚ ਪੈਦਾ ਕੀਤਾ? ਜੇ ਮੈਂ ਐਡਾ ਹੀ ਭਗਤ ਸੀਗਾ ਤੇ ਫਿਰ ਮੈਨੂੰ ਉੱਚੀ ਜਾਤ 'ਚ ਕਿਉਂ ਨਾ ਪੈਦਾ ਕੀਤਾ? ਤੇ ਜੇ ਠੀਕ ਹੈ ਤੇ ਫਿਰ ਕੋਈ ਘਟਨਾ ਘਟਾ ਇੱਥੇ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡੀਆਂ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਇਲਾ, ਲਾਜ ਤੇਰੇ ਨਾਮ ਨੂੰ ਲੱਗੂਗੀ। ਤੂੰ ਜੋ ਦਿਆਲ ਅਪਾਰ ਕਿਰਪਾਲ ਕਹੀ ਤਾਂ ਤੈਨੂੰ ਬੜਾ ਦਿਆਲੂ ਕਿਰਪਾਲੂ ਬੜਾ ਬੇਅੰਤ ਕਹਿੰਦੇ ਆ। ਹੱਥ ਭੁਜ ਭਇਓ ਪਾਰਲਾ, ਬਾਹਲੀਆਂ ਬਾਹਾਂ ਵਾਲਾ, ਲੰਮੀਆਂ ਬਾਹਾਂ ਵਾਲਾ। ਬਸ ਇੰਨੀਆਂ ਗੱਲਾਂ ਕਹਿਣ ਦੀ ਦੇਰ ਸੀ, ਕਹਿੰਦੀ ਉਹ ਮੰਦਰ ਹੀ ਚੱਕ ਕੇ ਘੁਮਾ ਦਿੱਤਾ ਪਰਮੇਸ਼ਰ ਨੇ। ਕਹੋ ਸਤਿਨਾਮ ਸਿੰਘ। ਫੇਰ ਦੀ ਆ ਦੇਹੋਰਾ ਨਾਮੈ ਕੋ ਪੰਡੀਅਨ ਕੋ ਪਰਸ਼ਵਾਰ ਲਾ। ਉਹਨਾਂ ਹੰਕਾਰੀ ਬ੍ਰਾਹਮਣਾਂ ਨੂੰ ਪਿੱਛੇ ਕਰਤਾ ਤੇ ਭਗਤ ਨਾਮਦੇਵ ਜੀ ਨੂੰ ਮੂਹਰੇ ਲਿਆਂਦਾ। ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਪਿੱਛੇ ਕਰਕੇ
ਨਾਮਦੇਵ ਮੁਖ ਲਾਇਆ, ਨਾਮਦੇਵ ਨੂੰ ਮੂਹਰੇ ਲਿਆਂਦਾ। ਇਸ ਕਰਕੇ ਹੁਣ ਸਮਝ ਆਈ ਮੁਕਤੀ ਕੀ ਹੈ? ਮੁਕਤੀ ਹੈ ਭਰਮਾਂ ਦੇ ਵਿੱਚੋਂ। ਕੋ ਸਤਨਾਮ। ਜਦੋਂ ਸੱਚ ਦੀ ਸਮਝ ਆ ਗਈ ਤੇ ਸਾਡੇ ਡਰ ਖਤਮ ਹੋ ਜਾਣਗੇ। ਭਰਮਾਂ ਕਰਕੇ ਡਰਦੇ ਆ, ਭੁਲੇਖਿਆਂ ਕਰਕੇ ਡਰਦੇ ਆ। ਗਿਆਨ ਨੇ ਭੁਲੇਖੇ ਚੱਕ ਦੇਣੇ ਆ। ਜਿਵੇਂ ਬੈਟਰੀ ਨੇ, ਟਾਰਚ ਨੇ ਜਿਹੜੀ ਰੱਸੀ ਸੱਪ ਬਣੀ ਫਿਰਦੀ ਸੀ, ਉਹ ਸੱਪ ਰੱਸੀ ਬਣਾਤਾ ਮੋੜ ਕੇ। ਕਹੋ ਸਤਨਾਮ ਸੀ। ਇਹ ਕਰਕੇ ਮੁਕਤ ਦੇਤ ਹੈ ਆਤਮ ਗਿਆਨ, ਇਤਿਆਦਿਕ ਜਹ ਕੀਨ ਵਖਾਣ। ਗੁਰੂ ਦੀ ਸੇਵਾ ਕਰਨੀ, ਸਿਮਰਨ ਕਰਨਾ, ਗਿਆਨ ਪ੍ਰਾਪਤ ਕਰਨ ਵਾਸਤੇ ਆਪਾਂ ਆਉਣੇ ਆ। ਇਹਨੂੰ ਪ੍ਰਾਪਤ ਕਰੀਏ, ਸੁਣੀਏ, ਫਿਰ ਮੰਨੀਏ, ਮੰਨ ਕੇ ਹਿਰਦੇ ਵਿੱਚ ਵਸਾਈਏ। ਤਾਂ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਸਾਨੂੰ ਇਹ ਫਰਮਾਉਣਾ ਕੀਤਾ ਜੀ। ਪੰਚਮ ਅਰਥਵਾਦ ਸੁਨ ਲਛਨ, ਜੋ ਭਾਖਤ ਹੈ ਗਿਆਨ ਵਿਚਛਨ। ਤਾਂ ਸੁਣਨ ਦਾ ਪੰਜਵਾਂ ਮਤਲਬ ਹੈ ਉਹਦੇ ਬਾਰੇ ਜਾਣਨਾ। ਅਰਥਵਾਦ ਸੁਣਨ ਦਾ ਪੰਜਵਾਂ ਪੁਆਇੰਟ ਹੈ, ਲੱਛਣ ਹੈ ਅਰਥ ਸਮਝਣਾ। ਵੀ ਜੋ ਸੁਣਾਇਆ ਜਾ ਰਿਹਾ ਉਹ ਕੀ ਸੁਣਾਇਆ ਜਾ ਰਿਹਾ ਹੈ। ਤਾਂ ਸਿਆਣੇ ਉਹਦੇ ਬਾਰੇ ਕੀ ਕਹਿੰਦੇ ਹਨ? ਵਰਣਨ ਜੋਗ ਬਸਤ ਹੈ ਜੋਏ, ਤਿਸਮੇ ਤਿਸ ਕੀ ਉਸਤਤ ਹੋਏ। ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਣੀ ਆ, ਮੈਂ ਨਾਮ ਦੀ ਗੱਲ ਰੱਖਣੀ ਆ, ਮੈਂ ਤੁਹਾਡੇ ਕੋਲੇ ਨਾਮ ਦੀ ਮਹਿਮਾ ਕਰ ਰਿਹਾ, ਮੈਂ ਨਾਮ ਦੀਆਂ ਹੀ ਉਦਾਹਰਨਾਂ ਦੇਵਾਂ। ਅਰਥ ਕਰਨ ਵੇਲੇ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ, ਉਹਦੇ ਵਾਸਤੇ ਮੈਂ ਉਹੋ ਜਿਹੀਆਂ ਉਦਾਹਰਨਾਂ ਹੀ ਚੁਣਾ। ਇਹਨੂੰ ਕਹਿੰਦੇ ਹਨ ਪੰਜਵਾਂ ਲੱਛਣ। ਸੁਣਨ ਤੋਂ ਬਾਅਦ ਉਹਦੇ ਬਾਰੇ ਸਮਝਣਾ। ਜੋ ਭਾਗਤ ਹੈ ਗਿਆਨ ਵਿਚਛਣ, ਜੋ ਗਿਆਨੀ ਲੋਕ ਕਹਿੰਦੇ ਹਨ ਵਰਣਨ ਯੋਗ ਵਸਤ ਹੈ ਜੋਏ। ਜਿਹੜੀ ਵਸਤੂ ਵਰਣਨ ਕਰਨੀ ਹੈ ਉਸ ਵਿੱਚ ਉਸ ਦੀ ਉਸਤਤ ਹੋਏ। ਜੇ ਨਾਮ ਦੀ ਗੱਲ ਕਰ ਰਹੇ ਹਾਂ ਤੇ ਨਾਮ ਦੀ ਮਹਿਮਾ ਵੀ ਕਰ ਰਹੇ ਹਾਂ। ਜਿਵੇਂ ਨਾਮਦੇਵ ਦੀ ਆਪਾਂ ਸਾਖੀ ਸੁਣੀ ਤਾਂ ਇਹਦੇ ਵਿੱਚ ਨਾਮ ਦੀ ਮਹਿਮਾ ਹੈ। ਜੋ ਵੀ ਨਾਲ ਨਾਲ ਛੋਟੀਆਂ ਛੋਟੀਆਂ ਸਾਖੀਆਂ ਜੋੜੀਆਂ ਜਾਂਦੀਆਂ, ਉਹਨਾਂ ਦਾ ਇੱਕੋ ਮਕਸਦ ਹੈ ਕਿ ਜੋ ਗੱਲ ਆਪਾਂ ਸਮਝਣੀ ਚਾਹੁੰਦੇ ਆ ਉਸ ਨੂੰ ਸਮਝਣ ਵਾਸਤੇ ਉਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਜਾਣ। ਪਰ ਜੇ ਇੱਥੇ ਆਪਾਂ ਹੋਰ ਆਪਣੇ ਮੇਨ ਮਕਸਦ ਨੂੰ ਛੱਡ ਕੇ ਬਾਹਰ ਨਿਕਲ ਜਾਈਏ, ਹੋਰ ਉਦਾਹਰਨਾਂ ਲਈ ਫਿਰੀਏ, ਤਾਂ ਫਿਰ ਜਿਹੜੀ ਆ ਉਹ ਸਮਝਣ ਵਾਲੀ ਗੱਲ ਵੀ ਵਿੱਚ ਹੀ ਰਹਿ ਜਾਣੀ ਆ। ਕਹੋ ਸਤਿਨਾਮ। ਪੰਜਵਾਂ ਲੱਛਣ ਹੈ ਸੁਣਨ ਦਾ ਕਿ ਜੋ ਸੁਣਿਆ ਉਹਦੇ ਅਰਥਾਂ ਨੂੰ ਸਮਝਣ ਲਈ ਉਹਦੇ ਵਿੱਚ ਉਹਦੀ ਸਿਫਤ ਹੋਣੀ ਜ਼ਰੂਰੀ ਹੈ। ਨਾਨਕ ਨਿਰਗੁਣ ਗੁਣ ਹੈ ਕਰ ਹੈ, ਗੁਣ ਵਰਤਿਆ ਜੋ ਹੋਏ ਗੁਣ ਦੇ। ਤਾਂ ਇਹ ਪੰਜਵਾਂ ਲੱਛਣ ਸਾਡੇ ਤੇ ਕਿਰਪਾ ਕਰੇਗਾ। ਅਸੀਂ ਔਗਣ ਹਾਰੇ ਹਾਂ। ਨਿਰਗੁਣ ਭਾਵ ਜਿਨ੍ਹਾਂ ਵਿੱਚ ਗੁਣ ਨਹੀਂ ਹੈ। ਤਾਂ ਜਿਨ੍ਹਾਂ ਦੇ ਵਿੱਚ ਗੁਣ ਨਹੀਂ ਹੈ, ਜਿਹੜੇ ਨੇਕੀ ਨਹੀਂ ਕਰਦੇ, ਜਿਹੜੇ ਚੰਗੇ ਕੰਮ ਨਹੀਂ ਕਰਦੇ, ਮਾੜੇ ਕੰਮ ਕਰਦੇ ਹੈ, ਸੁਣ ਸੁਣ ਅੰਧੇ ਪਾਵੇ ਰਾਹ, ਉਹਨਾਂ ਦੇ ਵਿੱਚ ਇਹ ਸੁਣਨਾ ਗੁਣ ਭਰੇਗਾ। ਉਹਨਾਂ ਨੂੰ ਪੁੱਠੇ ਪਾਸਿਓਂ ਮੋੜ ਲਵੇਗਾ। ਸੁਣੇਗਾ ਤਾਂ ਜ਼ਰੂਰ ਮੁੜੇਗਾ। ਸੁਣ ਸੁਣ ਅੰਧੇ ਪਾਵੇ ਰਾਹ। ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਦੇ ਨਾਲ ਹੀ ਸਿੱਧੀਆਂ ਆ ਜਾਣਗੀਆਂ। ਮਨੁੱਖ ਤੋਂ ਦੇਵਤਾ ਬਣ ਜਾਊਗਾ। ਸੁਰ ਭਾਵ ਦੇਵਤਾ, ਨਾਥ ਭਾਵ ਪਰਮੇਸ਼ਰ। ਸੁਣ ਸੁਣ ਕੇ ਇਹ ਜੀਵ ਪਰਮੇਸ਼ਰ ਵਿੱਚ ਮਿਲ ਕੇ ਪਰਮੇਸ਼ਰ ਵੀ ਹੋ ਜਾਊਗਾ। ਨਾਥ ਹੁੰਦਾ ਮਾਲਕ, ਨਾਥ ਜੋਗੀ ਨਹੀਂ ਇੱਥੇ, ਨਾਥ ਮਾਲਕ ਪਰਮੇਸ਼ਰ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਏ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਨ ਦੇ ਨਾਲ ਸਾਡੇ ਅੰਦਰ ਖੇੜਾ ਆਨੰਦ ਪੈਦਾ ਹੋਵੇਗਾ। ਜਦੋਂ ਸਾਡਾ ਕੋਈ ਭਰਮ ਨਿਕਲ ਗਿਆ, ਸਾਨੂੰ ਸੋਝੀ ਆ ਗਈ, ਗਿਆਨ ਆ ਗਿਆ ਤੇ ਅਸੀਂ ਖੁਸ਼ ਹੋ ਗਏ। ਕਿਸੇ ਵੀ ਗੱਲ ਦੀ ਸਮਝ ਆ ਜੇ, ਫਿਰ ਬੰਦਾ ਹੱਥ 'ਤੇ ਹੱਥ ਮਾਰ ਕੇ ਨਾਲੇ ਹੱਸਦਾ, ਉਹ ਜਾ ਯਾਰ ਮੈਂ ਤਾਂ ਉਹੀ ਡਰੀ ਜਾਂਦਾ ਸੀ, ਆ ਤਾਂ ਆਹ ਗੱਲ ਸੀ। ਲੈ ਇੰਨੀ ਗੱਲ ਪਿੱਛੇ ਭਾਵ ਜਦੋਂ ਗਿਆਨ ਹੋ ਗਿਆ ਬੰਦਾ ਖੁਸ਼ ਹੋ ਗਿਆ ਅੰਦਰੋਂ। ਕੋ ਸਤਿਨਾਮ। ਗੁਰੂ ਅਮਰਦਾਸ ਜੀ ਨੂੰ ਗਿਆਨ ਹੋਇਆ। ਪਹਿਲਾਂ ਉਹ ਨਗੋਰੇ ਸੀਗੇ। ਇੱਕ ਬ੍ਰਹਮਚਾਰੀ ਚੋਟ ਕਰ ਗਿਆ, ਤੂੰ ਨਗੋਰਾ ਹੈ, ਤੇਰੀ ਸੰਗਤ ਨਹੀਂ ਕਰਨੀ ਚਾਹੀਦੀ ਸੀ ਮੈਨੂੰ। ਪਰ ਜਦ ਗੁਰੂ ਵਾਲੇ ਬਣੇ, ਗੁਰੂ ਨੇ ਗਿਆਨ ਦਿੱਤਾ। ਗਿਆਨ ਪ੍ਰਾਪਤ ਹੋਣ ਤੋਂ ਬਾਅਦ ਸੋਝੀ ਆਈ। ਸੋਝੀ ਆਈ ਤੇ ਅੰਦਰ ਖੇੜਾ ਆਇਆ। ਇੱਕ ਦਿਨ ਕਹਿ ਉੱਠੇ ਫਿਰ ਆਨੰਦ ਭਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਫਿਰ ਉਹਨਾਂ ਅੰਦਰ ਕਿੰਨੇ ਅਨਹਦ ਵਾਜੇ ਵੱਜੇ, ਕਿੰਨੇ ਅੰਦਰ। ਹੁਣ ਤੁਸੀਂ ਕਹੋਗੇ ਵੀ ਅੰਦਰ ਕਿਹੜੇ ਸਾਜ਼ ਰੱਖਿਆ ਜਿਹੜੇ ਵੱਜੇ?
ਉਵੇਂ ਵੱਜੇ ਜਿਵੇਂ ਤੁਹਾਨੂੰ ਕੋਈ ਖੁਸ਼ੀ ਮਿਲੇ ਤੇ ਤੁਸੀਂ ਖੁਸ਼ ਹੋ ਜਾਂਦੇ ਹੋ, ਤੇ ਦੂਜਾ ਕਹਿੰਦਾ ਹੁਣ ਵੇਖੀ ਕਿਵੇਂ ਅੰਦਰ ਲੱਡੂ ਫੁੱਟਦੇ ਆ। ਕਹੋ ਸਤਿਨਾਮ। ਤੇ ਅੰਦਰ ਕਿਹੜੇ ਲੱਡੂ ਰੱਖੇ ਹੋਏ ਨੇ? ਉਹ ਲੱਡੂ ਫੁੱਟਣ ਦਾ ਮਤਲਬ ਹੈ ਅੰਦਰੋਂ ਖੁਸ਼ ਹੋ ਰਿਹਾ ਹੈ। ਇਸੇ ਤਰ੍ਹਾਂ ਅਧਿਆਤਮਕ ਗਿਆਨ ਹੋਇਆ ਤੇ ਅੰਦਰੋਂ ਖੁਸ਼ੀ ਹੋ ਰਹੀ ਆ ਪੈਦਾ, ਖੇੜਾ ਆ ਰਿਹਾ। ਨਾਨਕ ਭਗਤਾਂ ਸਦਾ ਵਿਗਾਸ ਵਿਗਾਸ ਹੁੰਦਾ ਖੇੜਨਾ। ਕਮਲ ਦੇ ਫੁੱਲ ਦੀ ਨਿਆਈ, ਗੁਲਾਬ ਦੇ ਫੁੱਲ ਦੀ ਨਿਆਈ, ਖਿੜ ਜਾਣਾ, ਖੁਸ਼ ਹੋ ਜਾਣਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਹੈ। ਦੁੱਖ ਪਾਪ ਕਾ ਨਾਸ, ਦੁੱਖਾਂ ਤੇ ਪਾਪਾਂ ਦਾ ਜਦ ਮਾੜੇ ਕੰਮ ਕਰਾਂਗੇ ਤੇ ਫਿਰ ਜੇਲ੍ਹ ਜਾਊਗਾ। ਫਿਰ ਕਹਾਂਗੇ ਯਾਰ ਇਹ ਤਾਂ ਮਾੜੇ ਕਰਮ ਸੀ, ਪਾਪ ਕੋਈ ਪਾਪ ਕੀਤੇ ਆ ਭਾਈ, ਉਹ ਭੋਗਦੇ ਆ, ਉਹ ਤਾਂ ਸਾਹਮਣੇ ਦਿਸੀ ਜਾਂਦਾ। ਜਦ ਚੋਰੀ ਕਰੇਗਾ ਤੇ ਪੈਣਗੀਆਂ ਹੀ। ਕਹੋ ਸਤਿਨਾਮ। ਇਸ ਕਰਕੇ ਜਦ ਸੁਣਾਂਗੇ ਇਹਨੇ ਸਿੱਧੇ ਰਸਤੇ ਪਾਉਣਾ। ਸੁਣਿਆ ਦੁੱਖ ਪਾਪ ਕਾ ਨਾਸ, ਇਹਨੇ ਸਾਨੂੰ ਬਦਲ ਦੇਣਾ, ਜੀਵਨ ਕਨਵਰਟ ਹੋ ਜਾਣਾ। ਫਿਰ ਜੇਲ੍ਹ ਕਿਉਂ ਜਾਣਾ ਪਊਗਾ? ਕਹੋ ਜੇ ਸੁਧਰ ਗਏ, ਜੇ ਸੁਧਰ ਗਏ ਤਾਂ। ਸੱਜਣ ਠੱਗ ਨੂੰ ਜਦ ਪਾਤਸ਼ਾਹ ਨੇ ਸਮਝਾਇਆ, ਸੱਜਣ ਠੱਗ ਪੈਰੀ ਪੈ ਗਿਆ। ਕਹਿੰਦਾ ਮੈਂ ਤਾਂ ਬੜੇ ਕਤਲੇਆਮ ਕੀਤੇ ਆ, ਹੁਣ ਮੇਰਾ ਕੀ ਬਣੂਗਾ? ਜਦ ਡਰਾਇਆ ਪਾਤਸ਼ਾਹ ਨੇ ਤੈਨੂੰ ਇੰਨੀ ਸਜ਼ਾ ਮਿਲਣੀ ਚਾਹੀਦੀ ਹੈ, ਤੈਨੂੰ ਆਹ ਕਰਦਾ ਤੂੰ ਉਹ ਕਰਦਾ, ਫਿਰ ਸਮਝ ਗਿਆ। ਕਹਿੰਦਾ ਜੀ ਹੁਣ ਕੀ ਬਣੂਗਾ? ਕਹਿੰਦੇ ਗਾਂ ਤੋਂ ਇਹ ਕੰਮ ਛੱਡ ਦੇ, ਬਚ ਜਾਏਗਾ। ਕਹੋ ਸਤਿਨਾਮ। ਸੁਧਾਰ ਦਿੱਤਾ, ਸੁਧਰ ਗਿਆ। ਫਿਰ ਜਾਂਦੇ ਹੋਏ ਮੇਰੇ ਪ੍ਰੀਤਮ ਜੀ ਨੂੰ ਕਹਿਣ ਲੱਗਿਆ ਸੱਜਣ ਠੱਗ, ਜਿਹੜਾ ਹੁਣ ਸੱਜਣ ਬਣ ਗਿਆ, ਠੱਗ ਨਹੀਂ ਰਿਹਾ। ਉਸੇ ਧਰਮਸ਼ਾਲਾ ਵਿੱਚ ਪ੍ਰਚਾਰ ਦਾ ਕੇਂਦਰ ਬਣਾ ਦਿੱਤਾ। ਸੱਜਣ ਨੂੰ ਉੱਥੋਂ ਦਾ ਪ੍ਰਚਾਰਕ ਬਣਾਤਾ ਬ੍ਰਹਮ ਗਿਆਨ ਦੇ ਕੇ। ਕਹੋ ਸਤਿਨਾਮ। ਹੁਣ ਜਾਂਦਿਆਂ ਹੋਇਆਂ ਨੂੰ ਪੁੱਛਦਾ ਮਹਾਰਾਜ ਫੇਰ ਕਦੋਂ ਮੇਲੇ ਹੋਣਗੇ ਆਪਣੇ? ਕਹਿੰਦੇ ਪਾਤਸ਼ਾਹ ਕਹਿੰਦੇ ਸੱਜਣ ਮਿਲੈ ਸੱਜਣਾ, ਜੇ ਗੁਣ ਹੋਵਣ ਗੰਠੜੀਆ ਮੇਲੇਗਾ ਸੋਈ। ਜੇ ਸਾਡੀ ਸੋਡੀ ਗਹੜੀ ਵਿੱਚ ਗੁਣ ਹੋਣਗੇ ਨਾ ਫਿਰ ਆਪਾਂ ਨੂੰ ਮਿਲੇਗਾ। ਦੇਖੋ ਨਾ ਹੱਥ ਨੇ ਸ਼ਰਾਬੀ ਇਕੱਠੇ ਹੋ ਹੀ ਜਾਂਦੇ, ਉਹਨਾਂ ਵਿੱਚ ਸ਼ਰਾਬ ਦਾ ਔਗਣ ਹੈ ਦੋਨਾਂ ਵਿੱਚ, ਉਹਨਾਂ ਨੂੰ ਗੁਣ ਲੱਗਦਾ, ਵੈਸੇ ਉਹ ਇਕੱਠੇ ਹੋ ਜਾਂਦੇ ਆ। ਗੁਰਮੁਖ ਭਗਤੀ ਕਰਨ ਵਾਲੇ ਇੱਥੇ ਇਕੱਠੇ ਹੋ ਜਾਂਦੇ ਆ। ਕਹੋ ਸਤਿਨਾਮ। ਸੱਜਣ ਠੱਗ ਨੂੰ ਪਾਤਸ਼ਾਹ ਕਹਿੰਦੇ ਜੇ ਤੇਰੇ ਵਿੱਚ ਮੇਰੇ ਵਾਲੇ ਗੁਣ ਆ ਗਏ ਨਾ ਫਿਰ ਆਪਾਂ ਦੁਬਾਰਾ ਫੇਰ ਮਿਲ ਜਾਵਾਂਗੇ। ਸੱਜਣ ਮਿਲੈ ਸੱਜਣਾ, ਜੇ ਸਾਡੇ ਅੰਦਰ ਗੁਣ ਹੋਣਗੇ ਤੇ ਦੁਬਾਰਾ ਜ਼ਰੂਰ ਮਿਲਾਂਗੇ। ਤੇ ਇੱਦਾਂ ਸਮਝਾ ਕੇ ਸੱਜਣ ਠੱਗ ਨੂੰ ਪਾਤਸ਼ਾਹ ਅੱਗੇ ਗਏ। ਇਸ ਕਰਕੇ ਇਹ ਗਿਆਨ ਇਉਂ ਮੁਕਤੀ ਕਰਦਾ ਹੈ। ਹੋਰ ਕੋਈ ਪੈਰਾਂ 'ਚ ਰੱਸੇ ਨਹੀਂ ਪਾਏ ਹੋਏ। ਹਾਂ ਮੋਹ ਦਾ ਰੱਸਾ ਹੈ। ਤੁਸੀਂ ਜਿੰਨੇ ਮਰਜ਼ੀ ਦਿੱਲੀ ਦੱਖਣ ਦੂਰ ਚਲੇ ਜਾਓ, ਪਰ ਸੁਰਤ ਤੁਹਾਡੀ ਘਰੇ ਹੋਊਗੀ, ਬੱਚਿਆਂ ਵਿੱਚ, ਪਰਿਵਾਰ ਵਿੱਚ। ਇਹ ਮੋਹ ਦੇ ਰੱਸੇ, ਭਰਮ ਦੇ ਰੱਸੇ, ਇਹ ਗਿਆਨ ਨੇ ਕੱਟਣੇ ਹਨ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਕੋਈ ਨਾ ਸੂਝਈ ਪਰੇ, ਜੇ ਤਿਸ ਕੋ ਗੁਣ ਕੋਈ ਕਰੇ। ਉਹ ਪਰਮੇਸ਼ਰ ਔਗਣ ਹਾਰਿਆਂ ਨੂੰ ਗੁਣ ਦਿੰਦਾ ਹੈ। ਆਹ ਗਿਆਨ ਪਰਮੇਸ਼ਰ ਕੀ ਆ? ਗਿਆਨ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤੇ ਬਾਣੀ ਕੀ ਕਰ ਰਹੀ ਆ? ਆਪਾਂ ਪੁੱਠੇ ਸਿੱਧੇ ਕੰਮ ਕਰਦੇ ਸੀਗੇ, ਇੱਥੇ ਆ ਕੇ ਹੌਲੀ ਹੌਲੀ ਸੁਧਰਨੇ ਸ਼ੁਰੂ ਹੋ ਗਏ। ਕਹੋ ਸਤਿਨਾਮ। ਆਪਾਂ ਨੂੰ ਔਗਣ ਹਾਰਿਆਂ ਨੂੰ ਗੁਣ ਕਰਤੇ, ਸਿੱਧੇ ਰਸਤੇ ਪਾਤਾ ਬਾਣੀ ਨੇ, ਗੁਰੂ ਨੇ, ਭਗਤਾਂ ਨੇ। ਜਿੰਨੀ ਵੀ ਬਾਣੀ ਆਪਾਂ ਰੋਜ਼ ਵਿਚਾਰਦੇ ਹਾਂ, ਜਿੰਨੀ ਵੀ ਲੋਟ ਆਉਂਦੀ ਹੈ, ਜਿੰਨੀ ਵੀ ਸਮਝ ਆਉਂਦੀ ਹੈ, ਤਾਂ ਇਹ ਜਿਹੜਾ ਹੈ ਗੁਰਬਾਣੀ ਪਰਮੇਸ਼ਰ, ਇਹ ਸਾਡੇ ਔਗਣ ਹਾਰਿਆਂ ਵਿੱਚ ਗੁਣ ਭਰਦਾ ਹੈ। ਤੇ ਜਿਨ੍ਹਾਂ ਵਿੱਚ ਗੁਣ ਹੈਗੇ ਉਹਨਾਂ 'ਚ ਹੋਰ ਵੀ ਭਰਦਾ। ਕਹੋ ਸਤਿਨਾਮ। ਔਗਣ ਹਾਰਿਆਂ ਨੂੰ ਵੀ ਨੇਕੀ ਕਰਨੀ ਸਿਖਾਉਂਦਾ ਹੈ, ਤੇ ਜਿਹੜੇ ਪਹਿਲਾਂ ਹੀ ਗੁਣਵੰਤੇ ਹੈ ਉਹਨਾਂ ਦੇ ਵਿੱਚ ਹੋਰ ਵੀ ਵਾਧਾ ਕਰਦਾ ਨੇਕੀ ਦੇ ਵਿੱਚ। ਇਸ ਕਰਕੇ ਗੁਰੂ ਕਿਰਪਾ ਕਰਨ, ਐਸਾ ਪਰਮੇਸ਼ਰ ਹੈ। ਪਰ ਮੈਨੂੰ ਪਾਤਸ਼ਾਹ ਜੀ ਕਹਿੰਦੇ ਇਉਂ ਲੱਗਦਾ ਹੈ ਵੀ ਉਸ ਗੁਣਵੰਤਿਆਂ ਉੱਤੇ, ਬ੍ਰਹਮ ਗਿਆਨੀਆਂ ਉੱਤੇ ਗੁਣ ਕਰਨ ਵਾਲਾ ਕੋਈ ਨਹੀਂ, ਪਰਮੇਸ਼ਰ ਉੱਤੇ ਗੁਣ ਕਰਨ ਵਾਲਾ ਕੋਈ ਨਹੀਂ। ਉਹ ਸਾਡੇ ਦੇ ਗੁਣ ਕਰਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੋਝੀ। ਜੇ ਤਿਸ ਗੁਣ ਕੋਈ ਕਰੇ, ਪਰ ਉਹਨਾਂ ਪਵਿੱਤਰ ਆਤਮਾਵਾਂ 'ਤੇ ਜਿਨ੍ਹਾਂ 'ਤੇ ਪਰਮੇਸ਼ਰ ਨੇ ਕਿਰਪਾ ਕੀਤੀ ਆ, ਉਹਨਾਂ ਦੇ ਅੰਦਰ ਇਹ ਖਿਆਲ ਭਰੇ ਹਨ ਨੇਕੀ ਕਰਨ ਦੇ। ਉਹ ਸਭ 'ਤੇ ਮਿਹਰਬਾਨੀ ਕਰਦਾ ਹੈ, ਪਰ ਐਸਾ ਕੋਈ ਨਹੀਂ ਜੇ ਕੋਈ ਉਸ 'ਤੇ ਕਿਰਪਾ ਕਰਦਾ ਹੋਵੇ। ਸਭ ਤੇ ਗਿਆਨ ਬਿਆਨ ਹੋਏ ਦੀਹਾ, ਤਿਸ ਪਰ ਕੋ ਉਪਕਾਰ ਕਰੀਹਾ। ਇਸ ਤਰ੍ਹਾਂ ਉਹ ਸਭ ਤੋਂ ਵੱਡਾ ਗਿਆਨਵਾਨ ਹੈ, ਉਹ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਸਭ 'ਤੇ ਉਪਕਾਰ ਕਰਦਾ ਹੈ, ਪਰ ਚਾਹੇ ਸੋ ਕਰੇ ਆਪ ਸਮਰੱਥ, ਬ੍ਰਹਮ ਗਿਆਨੀ ਕੇ ਸਭ ਕਿਛ ਹੱਥ। ਮਤਲਬ ਪਰਮੇਸ਼ਰ ਨੇ ਆਪਣੀ ਪਾਵਰ ਬ੍ਰਹਮ ਗਿਆਨੀ ਦੇ ਹੱਥ 'ਚ ਰੱਖਤੀ ਵੀ ਤੂੰ ਜਿਵੇਂ ਚਾਹੇਗਾ ਉਵੇਂ ਹੋਵੇਗਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨ।
ਹੁਣ ਬ੍ਰਹਮ ਗਿਆਨੀਆਂ ਦੇ ਹੱਥ ਵਿੱਚ ਹੈ ਸਾਰੀ ਇਹ ਖੇਡ ਪਰਮੇਸ਼ਰ ਦੀ, ਕਿਉਂਕਿ ਪਰਮੇਸ਼ਰ ਦਾ ਦੂਜਾ ਰੂਪ ਉਹ ਹੈ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਹੋ ਗਿਆ। ਬ੍ਰਹਮ ਗਿਆਨੀ ਦਾ ਮਤਲਬ ਜਿਨ੍ਹਾਂ ਨੂੰ ਉਸ ਬ੍ਰਹਮ ਦਾ ਗਿਆਨ ਹੋ ਗਿਆ। ਜਦ ਉਹਨਾਂ ਦੇ ਕੋਲ ਗੱਲ ਆਉਂਦੀ ਹੈ ਤੇ ਉਹ ਕਹਿੰਦੇ ਵੱਡੀਆਂ ਵੱਡੀਆਂ ਨੂੰ ਬਦਲ ਸਕਦੇ ਹੈ। ਬ੍ਰਹਮ ਗਿਆਨੀ ਹੈ ਮਹਾਪੁਰਸ਼ ਜਿਨ੍ਹਾਂ ਕੋਲੇ ਵਿਧੀ ਚੰਦ ਮੱਝਾਂ ਚੋਰੀ ਕਰਕੇ ਜਾ ਬੈਠਾ, ਕਹਿੰਦਾ ਬਾਬਾ ਜੀ ਬਚਾਓ, ਕੀ ਹੋ ਗਿਆ ਜੀ? ਮੈਂ ਚੋਰ ਹਾਂ। ਫਿਰ ਮੱਝਾਂ ਚੋਰੀ ਕੀਤੀਆਂ ਜੀ, ਪਿੰਡ ਵਾਲੇ ਜਾਗ ਪਏ, ਕੁੱਟ ਕੇ ਮਾਰ ਦੇਣਗੇ। ਕਹਿੰਦੇ ਆ ਲੋਈ ਲੈ ਕੇ ਤੂੰ ਮੇਰੇ ਕੋਲੇ ਬਹਿ ਜਾ, ਤੈਨੂੰ ਨਾਮ ਹੀ ਬਚਾਵੇਗਾ। ਕੋਈ ਸਤਨਾਮ ਸੀ। ਉਹ ਕੋਲੇ ਕੰਬਲ ਪਿਆ ਸੀ ਕੋਈ, ਉਹ ਵੀ ਕੰਬਲ ਲੈ ਕੇ ਅੰਮ੍ਰਿਤ ਵੇਲੇ 4 ਵਜੇ ਭਜਨ ਕਰ ਰਹੇ ਸੀਗੇ ਤੇ 4-5 ਵਜੇ ਚੋਰ ਵੀ ਜਾਗਦੇ ਉਸ ਵੇਲੇ, ਤੇ ਕੋਲੇ ਕੰਬਲ ਲੈ ਕੇ ਬਹਿ ਗਿਆ ਤੇ ਮਗਰੇ ਪੈਰ ਦਬਦੇ। ਪਿੰਡ ਵਾਲੇ ਕਹਿੰਦੇ ਬਾਬਾ ਜੀ, ਪਿੰਡ ਵਿੱਚ ਸਤਿਕਾਰਯੋਗ ਸੀ ਮਹਾਂਪੁਰਸ਼, ਉਹ ਡੇਰੇ 'ਚ ਪਹੁੰਚ ਗਏ। ਬਾਬਾ ਜੀ ਇੱਧਰ ਇੱਕ ਚੋਰ ਆਇਆ। ਕਹਿੰਦੇ ਵੇਖ ਲਓ ਭਾਈ, ਅਸੀਂ ਸਾਧ ਹੈ ਕਿ ਚੋਰ ਆ? ਆ ਦੋ ਬੈਠੇ ਆ। ਕਹੋ ਸਤਨ ਨਹੀਂ ਨਹੀਂ ਮਹਾਰਾਜ ਤੁਸੀਂ ਥੋੜ੍ਹਾ ਹੀ ਹੋ। ਦੇਖੋ ਪਰਦਾ ਢਕਿਆ ਸਤਿਗੁਰ ਨੇ। ਕਹਿੰਦੇ ਨਹੀਂ ਨਹੀਂ ਤੁਸੀਂ ਤਾਂ ਨਹੀਂ ਮਹਾਰਾਜ। ਕੀ ਹੋ ਗਿਆ? ਮੱਝਾਂ ਚੋਰੀ ਹੋ ਗਈਆਂ। ਕਹਿੰਦੇ ਇੱਥੇ ਛੱਪੜ 'ਚ ਬੈਠੇ ਹੋਣਗੀਆਂ, ਲੈ ਜਾਓ ਜਾ ਕੇ, ਛੱਡੋ ਖਹਿੜਾ। ਉਸ ਦਿਨ ਤੋਂ ਭਾਈ ਬਿਧੀ ਚੰਦ ਜੀ ਗੁਰੂ ਨਾਨਕ ਦੇ ਘਰ ਨਾਲ ਜੁੜਿਆ। ਨਾਨਕ ਨਿਰਗੁਣ ਗੁਣ ਕਰੇ, ਉਹ 'ਤੇ ਕੀ ਗੁਣ ਕੀਤਾ ਦੇਖੋ। ਪਰਮੇਸ਼ਰ ਨੇ ਇੱਕ ਮਹਾਨ ਯੋਧਾ ਪ੍ਰਗਟ ਹੋਇਆ। ਫਿਰ 6ਵੇਂ ਪਾਤਸ਼ਾਹ ਜੀ ਦੇ ਨਾਲ ਉਹਨੇ ਸੇਵਾ ਕਰਾਈ। ਕਹੋ ਸਤਨਾਮ ਸੀ। ਤੋ ਇਸ ਕਰਕੇ ਬ੍ਰਹਮ ਗਿਆਨੀ ਦੇ ਵਿੱਚ ਹੱਥ ਵਿੱਚ ਕਿੰਨੀ ਖੇਡ ਹੈ ਕਿ ਉਹ ਕੁਛ ਵੀ ਕਰ ਸਕਦਾ। ਜਿਸ ਘਰ ਦੇ ਵਿੱਚ ਬ੍ਰਾਹਮਣ ਜਾਂ ਹੋਰ ਕੋਈ ਲੋਕ ਪੱਤਰੀ ਜੰਤਰੀ ਦੇਖਣ ਵਾਲੇ ਕਹਿ ਦੇਣ ਕਿ ਤੁਹਾਡੇ ਬੱਚਾ ਹੋ ਹੀ ਨਹੀਂ ਸਕਦਾ, ਤੇ ਕਿਤੇ ਬ੍ਰਹਮ ਗਿਆਨੀ ਦੀ ਕਿਰਪਾ ਦ੍ਰਿਸ਼ਟੀ ਪੈ ਜੇ, ਉੱਥੇ ਜ਼ਰੂਰ ਹੋਵੇਗਾ, ਉਹ ਚਾਹੇ ਤਾਂ ਹੋਵੇਗਾ। ਕਹੋ ਸਤਨਾਮ। ਤੋ ਇਸ ਕਰਕੇ ਇਹੋ ਜਿਹੀਆਂ ਬੜੀਆਂ ਘਟਨਾਵਾਂ ਖੁਦ ਸਤਿਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵੀ ਬਾਬਾ ਬੁੱਢਾ ਜੀ ਨੇ ਅਰਦਾਸ ਬੇਨਤੀ ਕੀਤੀ ਤੇ ਉਹਨਾਂ ਦੇ ਘਰ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਐਸਾ ਹੀ ਅਨੇਕਾਂ ਇਹੋ ਜਿਹੀਆਂ ਕਹਾਣੀਆਂ ਪਈਆਂ ਨੇ। ਚਲੋ ਖੈਰ, ਬ੍ਰਹਮ ਗਿਆਨੀ ਵਿੱਚ ਬੜੀ ਪਾਵਰ ਹੈ। ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹ ਬ੍ਰਹਮ ਨਾਲ ਜੁੜ ਕੇ ਗੱਲ ਕਰਦਾ। ਜਿਵੇਂ ਨਾਮਦੇਵ ਜੀ ਬ੍ਰਹਮ ਗਿਆਨੀ ਹੋ ਗਏ ਤੇ ਉਹਨਾਂ ਦੇ ਚਰਨਾਂ ਵਿੱਚ ਆ ਕੇ ਇੱਕ ਬੀਬੀ ਨੇ ਸਤੀ ਹੋਣ ਜਾ ਰਹੀ ਸੀ, ਆਪਣੇ ਮੁਰਦਾ ਪਤੀ ਨਾਲ ਮਰਨ ਜਾ ਰਹੀ ਸੀ। ਉਹਨੇ ਮੱਥਾ ਟੇਕਤਾ ਤੇ ਮੱਥਾ ਟੇਕਦੇ ਹੀ ਮਹਾਂਪੁਰਸ਼ ਵੀ ਚੰਗਾ ਹੀ ਬੋਲਦੇ ਆ, ਭਲਾ ਹੋਵੇ ਭਾਈ, ਸੁਹਾਗਵੰਤੀ ਹੋ, ਲੰਬੀ ਉਮਰ ਹੋਵੇ। ਕਹਿੰਦੀ ਬਾਬਾ ਜੀ ਆ ਕੀ ਕਹਿਤਾ? ਪਤੀ ਤਾਂ ਮਰ ਗਿਆ, ਮੈਂ ਤਾਂ ਸਤੀ ਹੋਣ ਚੱਲੀ ਆ, ਨਾਲ ਮਰਨ ਚੱਲੀ ਆ। ਉਦੋਂ ਕਰਮਕਾਂਡ ਹੀ ਚੱਲਦਾ ਸੀ ਸਤੀ ਹੋਣ ਦਾ। ਤਾਂ ਬਹੁਤ ਸਾਰੇ ਸਤੀ ਭੂਆ ਦੀ ਪੂਜਾ ਹੁੰਦੀ ਆ ਬਹੁਤ ਸਾਰੇ ਥਾਵਾਂ 'ਤੇ। ਆ ਸਾਡੀਆਂ ਸਤੀਆਂ ਦੀਆਂ ਮਟੀਆਂ ਜੀ ਅਸਲ 'ਚ ਉਹ ਬੀਬੀਆਂ ਜਿਨ੍ਹਾਂ ਨੂੰ ਮਜਬੂਰੀ ਵਿੱਚ ਮਾਰਿਆ ਗਿਆ ਜਾਂ ਮਰਨਾ ਪਿਆ। ਕੋਈ ਸਤਨਾਮ ਸੀ। ਉਹ ਕੋਈ ਧਰਮ ਨਹੀਂ ਸੀਗਾ, ਕਰਮਕਾਂਡ ਸੀਗੇ। ਹੌਲੀ ਹੌਲੀ ਬੰਦੇ ਨੂੰ ਗਿਆਨ ਹੁੰਦਾ ਜਾ ਰਿਹਾ, ਸਮਝ ਆਉਂਦੀ ਜਾ ਰਹੀ ਹੈ। ਨਾਮਦੇਵ ਜੀ ਨੇ ਧਿਆਨ ਜੋੜਿਆ, ਫਿਰ ਪਰਮੇਸ਼ਰ ਵੱਲ ਕਹਿੰਦੇ ਮਹਾਰਾਜ ਆਹ ਕੀ ਹੋ ਗਿਆ? ਮੈਥੋਂ ਤੇਰੇ ਕੰਮ 'ਚ ਵਿਘਨ ਪੈ ਗਿਆ, ਹੁਣ ਮੈਂ ਕੀ ਕਰਾਂ? ਆਵਾਜ਼ ਆਈ, ਕਹਿੰਦੇ ਨਹੀਂ ਗਲਤ ਨਹੀਂ ਹੋਇਆ, ਇਹ ਵੀ ਮੈਂ ਹੀ ਚਾਹਿਆ। ਤੂੰ ਜਾ ਆਪਣੇ ਗੜਵੇ ਦਾ ਜਲ ਛਿੜਕ, ਬੱਚਾ ਜਿਉਂਦਾ ਹੋ ਜਾਊਗਾ, ਤੇਰਾ ਬਚਨ ਪੂਰਾ ਹੋਊਗਾ, ਮੇਰਾ ਭਾਵੇਂ ਉਲਟ ਜਾਵੇ। ਮੇਰੀ ਬਾਂਦੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਏ ਬਾਂਧੇ ਤੌਫਲ ਮੋਹ ਪੈ, ਜਵਾਬ ਨਾ ਹੋਏ। ਤਾਂ ਗੁਰੂ ਪਿਆਰਿਓ, ਭਗਤ ਜੀ ਨੇ ਜਾ ਕੇ ਜਲ ਛਿੜਕਿਆ, ਬੱਚਾ ਜਿਉਂਦਾ ਹੋ ਗਿਆ ਤੇ ਭਗਤ ਜੀ ਦੀ ਮਹਿਮਾ ਹੋਰ ਵੀ ਵੱਧ ਗਈ। ਕਹਿਣ ਤੋਂ ਭਾਵ ਹੈ ਕਿ ਬ੍ਰਹਮ ਗਿਆਨੀ ਜਿਹੜਾ ਇਹ ਪਰਮੇਸ਼ਰ ਦਾ ਰੂਪ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੁਖਮਨੀ ਸਾਹਿਬ ਦੇ ਵਿੱਚ ਇਹ ਸਾਰੇ ਜਵਾਬ ਲਿਖੇ ਪਏ ਹਨ। ਉਪਪਤ ਖਾਸਟਮ ਸਰਵਣ ਸੋਲਚਨ, ਕਹਿਤ ਵੇਦ ਸਤਿਗੁਰੂ ਵਿਚਛਨ। ਉਪਪਤੀ ਸੁਣਨ ਦਾ 6ਵਾਂ ਜਿਹੜਾ ਲੱਛਣ ਹੈ ਜੋ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਜੋ ਪ੍ਰਕਰਨ ਕਰਕੇ ਸ਼ੁਭ ਅਰਥ, ਪ੍ਰਤਪਾਦਨ ਕੀ ਜੋਗ ਸਮਰੱਥ। ਜਿਸ ਪ੍ਰਕਰਨ ਕਰਕੇ, ਪ੍ਰਕਰਨ ਕੀ ਹੁੰਦਾ ਹੈ? ਕਿਹੜੀ ਕਥਾ ਚੱਲ ਰਹੀ ਹੈ, ਕਿਸ ਕਾਰਨ ਚੱਲ ਰਹੀ ਹੈ। ਹੁਣ ਜੇ ਮਰਗ ਦੇ ਉੱਤੇ ਆਪਾਂ ਕਥਾ ਕਰ ਰਹੇ ਹਾਂ, ਉੱਥੇ ਫਿਰ ਉਹੇ ਜਿਹੇ ਸ਼ਬਦ ਹੀ ਵਰਤਾਂਗੇ ਨਾ, ਉਹਨਾਂ ਸ਼ਬਦਾਂ ਦੀ ਕਥਾ ਚੱਲੂਗੀ। ਪ੍ਰਕਰਨ ਹੈ ਕਿ ਮਰਗ 'ਤੇ ਕਥਾ ਹੋ ਰਹੀ ਹੈ। ਹੁਣ ਜੀ ਉੱਥੇ ਉਸ ਪ੍ਰਕਰਨ ਤੋਂ ਬਾਹਰ ਨਿਕਲ ਗਏ ਤੇ ਫਿਰ ਉੱਥੇ ਵੀ ਸਿਸਟਮ ਖਰਾਬ ਹੋ ਜਾਣਾ। ਇਸ ਕਰਕੇ ਜਿਹੜਾ ਪ੍ਰਕਰਨ ਹੁੰਦਾ ਹੈ, ਜਿਸ ਵਿਸ਼ੇ 'ਤੇ ਗੱਲ ਚੱਲ ਰਹੀ ਹੈ, ਪ੍ਰਕਰਨ ਹੁੰਦਾ ਜਿਸ ਵਿਸ਼ੇ 'ਤੇ ਗੱਲ ਚੱਲ ਰਹੀ ਹੈ, ਉਸੇ ਤਰ੍ਹਾਂ ਦੇ ਹੀ ਅਰਥ ਕਰਨੇ, ਉਸ ਤਰ੍ਹਾਂ ਦੇ ਨਾਲ ਕਹਿਣ ਕਰਨ ਵੀ ਸਮਰੱਥ ਹੋਵੇ। ਉਹ ਜੁਗਤੀ ਨੂੰ
ਉਪਪਤੀ ਕਹਿੰਦੇ ਹਨ ਦੋਹਰਾ। ਤਿਸੀ ਅਰਥ ਸਿਧ ਕਰਨ ਮੈਂ ਤਿਸੀ ਪ੍ਰਕਰਨ ਮਜਾਰ। ਜਿਹੜਾ ਪ੍ਰਕਰਨ ਚੱਲ ਰਿਹਾ ਹੈ, ਜਿਹੜੇ ਵਿਸ਼ੇ ਤੇ ਗੱਲ ਚੱਲ ਰਹੀ ਹੈ, ਨਾਮ ਤੇ ਚੱਲ ਰਹੀ ਹੈ, ਸੇਵਾ ਤੇ ਚੱਲ ਰਹੀ ਹੈ, ਸਿਮਰਨ ਤੇ ਚੱਲ ਰਹੀ ਹੈ, ਕਿਸੇ ਹੋਰ ਵਿਸ਼ੇ ਤੇ ਚੱਲ ਰਹੀ ਹੈ, ਜਿਹੜਾ ਪ੍ਰਕਰਨ ਤੁਸੀਂ ਆਰੰਭ ਕੀਤਾ ਉਹਦੇ ਵਿੱਚ ਵਿੱਚ ਰਹਿਣਾ, ਇਹ ਛੇਵਾਂ ਲੱਛਣ ਹੈ ਸੁਣਨ ਦਾ ਤੇ ਕਹਿਣ ਦਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਤਿਸੀ ਅਰਥ ਸਿਧ ਕਰਨ ਮੈਂ ਤਿਸੀ ਪ੍ਰਕਰਨ ਮਝਾਰ। ਉਸੇ ਪ੍ਰਕਰਨ ਨੂੰ ਹੋਰ ਡਿਵੈਲਪ ਕਰਨ ਵਾਸਤੇ ਤਾਂ ਕਿ ਸੰਗਤਾਂ ਨੂੰ ਸੌਖੀ ਤਰ੍ਹਾਂ ਪੂਰੀ ਸਮਝ ਆ ਜਾਵੇ, ਉਹੇ ਜੇ ਅਰਥ ਕਰਨੇ। ਸਰਵਣ ਕਰੇ ਹੈ ਜੁਗਤ ਜੇ ਸੋ ਉਪਪਤ ਵਿਚਾਰ। ਔਰ ਸਰਵਣ ਕਰਨ ਵਾਲਾ ਵੀ ਇਹ ਜੁਗਤ ਨੂੰ ਸਮਝ ਲਵੇ, ਇਹਨੂੰ ਉਪਪਤੀ ਕਹਿੰਦੇ ਹਨ। ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ। ਜਿਵੇਂ ਪ੍ਰਕਰਨ ਚੱਲ ਰਿਹਾ ਪਰਮੇਸ਼ਰ ਦੀ ਵਿਸ਼ਾਲਤਾ ਦਾ, ਤੇ ਇੱਥੇ ਪੰਕਤੀਆਂ ਲਾ ਦਿੱਤੀਆਂ ਬਾਬਾ ਜੀ ਨੇ। ਸਾਲਾਹੀ ਸਾਲਾਹੇ ਏਤੀ, ਉਸ ਪਰਮੇਸ਼ਰ ਨੂੰ ਕਿਤਨੀ ਦੁਨੀਆ ਸਲਾਹ ਰਹੀ ਹੈ, ਸਿਫਤ ਕਰ ਰਹੀ ਹੈ, ਪਰ ਸੁਰਤ ਨਾ ਪਾਈਆ। ਪਰ ਹਜੇ ਇਹ ਨਹੀਂ ਪਤਾ ਲੱਗਿਆ ਵੀ ਇਹ ਪੂਰਾ ਸਲਾਹਿਆ ਗਿਆ ਕਿ ਹਜੇ ਬਾਕੀ ਰਹਿੰਦਾ। ਕਹੋ ਸਤਿਨਾਮ। ਸਾਲਾਹੀ ਸਾਲਾਹ ਏਤੀ, ਇਤਨੀ ਦੁਨੀਆ ਸਲਾਹ ਰਹੀ ਹੈ, ਸੁਰਤ ਨਾ ਪਾਈਆ, ਪਰ ਉਸ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੋਈ। ਜਿਵੇਂ ਆਪਾਂ ਨਦੀ ਵਿੱਚ, ਸਮੁੰਦਰ ਵਿੱਚ, ਖੁੱਲ੍ਹੇ ਜਲ ਵਿੱਚ, ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਤੇ ਜੇ ਅਸੀਂ ਸਮੁੰਦਰ ਦਾ ਥਾਹ ਪਾਈਏ ਤੇ ਥਾਹ ਨਹੀਂ ਪਾਇਆ ਜਾਣਾ। ਹਾਂ, ਚੁੱਭੀ ਲਾ ਕੇ ਗਰਮੀ ਤੋਂ ਬਚ ਸਕਦੇ ਹੋ। ਇਸੇ ਤਰ੍ਹਾਂ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਦੁੱਖਾਂ ਤੋਂ ਬਚਿਆ ਜਾ ਸਕਦਾ ਹੈ, ਪਰ ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ। ਅੰਤ ਪਾਉਣਾ ਗਲਤ ਹੈ ਕਿਸੇ ਦਾ ਵੀ। ਕਹੋ ਸਤਿਨਾਮ। ਤਾਂ ਪਰਮੇਸ਼ਰ ਦਾ ਅੰਤ ਪਾਇਆ ਨਹੀਂ ਜਾਂਦਾ। ਇਤਨੀ ਦੁਨੀਆ ਉਹਦੀ ਸਿਫਤ ਸਲਾਹ ਕਰ ਰਹੀ ਹੈ, ਪਰ ਉਹਨੂੰ ਪੂਰਾ ਜਾਣਿਆ ਨਹੀਂ। ਜਿਵੇਂ ਨਦੀਆਂ ਅਤੇ ਬਹਾ ਪਵੇ ਸਮੁੰਦਰ ਨਾ ਜਾਣਿਆ ਹੈ। ਜਿਵੇਂ ਸਮੁੰਦਰ ਦੇ ਵਿੱਚ ਬੇਅੰਤ ਨਦੀਆਂ ਨਾਲੇ ਜਾ ਕੇ ਮਿਲ ਜਾਂਦੇ ਹਨ। ਪਰਮੇਸ਼ਰ ਜਿਹੜਾ ਇੱਕ ਸਾਗਰ ਹੈ, ਔਰ ਨਦੀਆਂ ਨਾਲੇ ਜਿਹੜੇ ਆਪਾਂ ਜੀਵ ਹਾਂ, ਤੇ ਆਪਾਂ ਉਹਦੇ ਵੱਲ ਜਾ ਰਹੇ ਹਾਂ। ਕਹੋ ਸਤਿਨਾਮ। ਮਰ ਮਰ ਕੇ ਜੀਵ ਉਹਦੇ ਵਿੱਚ ਮਿਲ ਰਹੇ ਨੇ, ਪਰ ਫਿਰ ਵੀ ਹਜੇ ਉਹ ਭਰਿਆ ਨਹੀਂ ਹੈ ਵੀ ਕਿੰਨੇ ਕੁ ਉਹਦੇ ਵਿੱਚ ਮਿਲ ਗਏ ਤੇ ਉਹ ਪਾਵਰਫੁੱਲ ਹੋ ਗਿਆ ਵੀ ਕਰੋਨਾ ਵੇਲੇ ਬਾਹਲੇ ਮਰ ਗਏ ਯਾਰ, ਹੁਣ ਤਾਂ ਰੱਬ ਦਾ ਪੇਟ ਭਰ ਗਿਆ ਹੋਊਗਾ, ਉਹਦਾ ਪੇਟ ਭਰਿਆ ਨਹੀਂ ਗਾ। ਕੋਈ ਸਤਿਨਾਮ। ਭਾਵ ਉਹਦਾ ਅੰਤ ਨਹੀਂ ਪਾਇਆ ਜਾਂਦਾ ਗਾ। ਜਿਵੇਂ ਸਮੁੰਦਰ ਦੇ ਵਿੱਚ, ਸਾਗਰ ਦੇ ਵਿੱਚ ਉੱਤੋਂ ਵੇਖੀਏ ਤੇ ਐਂ ਲੱਗਦਾ ਜਿਵੇਂ ਪਾਣੀ ਖੜਾ ਹੁੰਦਾ ਹੈ, ਪਰ ਥੱਲੇ ਉਹਦੇ ਪਤਾ ਨਹੀਂ ਕਿੰਨੀਆਂ ਨਦੀਆਂ ਬਹਿ ਰਹੀਆਂ। ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਏ। ਸਮੁੰਦਰ ਦੇ ਵਿਸਥਾਰ ਨੂੰ, ਵਿਸ਼ਾਲਤਾ ਨੂੰ ਨਹੀਂ ਸਮਝਿਆ ਜਾ ਸਕਦਾ। ਚੌਪਈ ਨਦੀ ਈਸ਼ ਹੈ ਜੀਵ ਸੁਬਾਹਾ ਦੋਨੋਂ ਮਿਲੇ ਉਦਤ ਬ੍ਰਹਮ ਮਹਾ। ਇਸ ਤਰ੍ਹਾਂ ਨਦੀ ਅਤੇ ਨਾਲੇ ਜਿਵੇਂ ਸਮੁੰਦਰ ਵਿੱਚ ਮਿਲ ਜਾਂਦੇ ਹਨ, ਅਸੀਂ ਸਾਰੇ ਉਸ ਪਰਮੇਸ਼ਰ ਦੇ ਵਿੱਚ, ਬ੍ਰਹਮ ਦੇ ਵਿੱਚ ਮਿਲਣਾ ਹੈ। ਨਾਮ ਨਦੀ ਬਾਹਾ ਮਿਟ ਜਾਏ ਤਿਮੀ ਈਸ਼ ਜੀਵ ਨਾ ਰਹਾਏ। ਤੇ ਜਦੋਂ ਇਹ ਦੋਨੇ ਮਿਲ ਜਾਣ ਉਹਦੇ ਵਿੱਚ, ਤੇ ਫਿਰ ਨਾ ਨਦੀ ਰਹੀ ਨਾ ਨਾਲਾ ਰਿਹਾ। ਕੋਈ ਸਤਿਨਾਮ। ਕਿੱਥੋਂ ਤੱਕ ਨਦੀ ਹੈ? ਜਿੱਥੇ ਤੱਕ ਸਮੁੰਦਰ ਦੀ ਸ਼ੁਰੂਆਤ ਨਹੀਂ ਹੁੰਦੀ। ਜਿੱਥੇ ਸਮੁੰਦਰ ਦੀ ਸ਼ੁਰੂਆਤ ਹੋ ਗਈ, ਨਦੀ ਵਿੱਚ ਵੜ ਗਈ, ਉੱਥੇ ਨਦੀ ਖਤਮ ਹੋ ਗਈ, ਕਾਂਟਾ ਵੱਜ ਗਿਆ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਆਪਾਂ ਚੱਲਦੇ ਚੱਲਦੇ, ਸਿਮਰਨ ਕਰਦੇ ਕਰਦੇ ਪਰਮੇਸ਼ਰ ਵਿੱਚ ਮਿਲਣਾ ਹੈ। ਜਦੋਂ ਉਹਦੇ ਵਿੱਚ ਆਪਾਂ ਮਿਲ ਗਏ, ਫਿਰ ਆਪਾਂ ਨਹੀਂ ਰਹਿਣੇ। ਕਹਿੰਦੇ ਵੀ ਸਮੁੰਦਰ ਕਿੰਨਾ ਕੁ ਡੂੰਘਾ, ਕੋਈ ਪਤਾ ਲੈ ਕੇ ਆਓ। ਨੂਨ ਦੀ ਡਲੀ ਕਹਿੰਦੀ ਮੈਂ ਪਤਾ ਲੈਣ ਚੱਲੀ ਆ ਕੇ ਦੱਸਦੀ ਹਾਂ, ਉਹ ਵਿਚਾਰੀ ਮੁੜ ਕੇ ਹੀ ਨਹੀਂ ਆਈ। ਕਹੋ ਸਤਿਨਾਮ। ਉਹਦੇ ਵਿੱਚ ਹੀ ਖੁਰ ਗਈ। ਜਦੋਂ ਮੁੜ ਕੇ ਕੀ ਆਵੇ, ਉਹ ਹਾਲ ਆਪਣਾ ਵੀ ਹੈ ਕਿ ਆਪਾਂ ਜਪਦੇ ਜਪਦੇ ਉਹਦੇ ਵਿੱਚ ਮਿਲਣਾ ਹੈ। ਜਦ ਉਹਦੇ ਵਿੱਚ ਮਿਲ ਗਏ ਤੇ ਫਿਰ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਸਿੰਧ ਰੂਪ ਬਨ ਸਿੰਧ ਕਹਾਵੈ ਤਥਾ ਬ੍ਰਹਮ ਸੋ ਦਵੈ ਮਿਲ ਜਾਵੈ। ਜਿਸ ਤਰ੍ਹਾਂ ਨਦੀ ਨਾਲੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਕਹਾਉਂਦੇ ਹੈ, ਇਸੇ ਤਰ੍ਹਾਂ ਇਹ ਜੀਵ ਬ੍ਰਹਮ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ ਜੀ। ਕੋਟ ਜਤਨ ਤੇ ਨਿਆਰੇ ਹੋਏ ਨਾ ਮਿਲੇ ਵਿਭੇਦ ਸਕੇ ਕਰ ਕੋਈ ਨਾ। ਹੁਣ ਕੋਈ ਉਹਦੇ ਵਿੱਚੋਂ ਵਾਪਸ ਨਦੀ ਨੂੰ ਨਹੀਂ ਕੱਢ ਸਕਦਾ ਜਿਹੜੀ ਉਹਦੇ ਵਿੱਚ ਮਿਲ ਗਈ ਆ। ਕੋਈ ਸਤਿਨਾਮ। ਪਾਣੀ ਲੈ ਸਕਦੇ ਹੋ,
ਪਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜੀ ਨਦੀ ਇੱਧਰ ਦੀ ਆ ਕੇ ਵੜੀ ਸੀ ਮੈਂ ਇੱਧਰ ਦੀ ਬਾਹਰ ਕੱਢ ਲਈ ਆ, ਪਤਾ ਨਹੀਂ ਉਹ ਕਿਹੜੀ ਸੀਗੀ, ਉਹ ਤਾਂ ਖਤਮ ਹੀ ਹੋ ਗਈ। ਕਹੋ ਸਤਿਨਾਮ। ਇਸੇ ਤਰ੍ਹਾਂ ਇਹ ਜੀਵ ਜਦੋਂ ਪਰਮੇਸ਼ਰ ਵਿੱਚ ਮਿਲ ਜਾਂਦਾ ਹੈ ਤੇ ਫਿਰ ਜੀਵ ਨੂੰ ਕਿਸੇ ਦੀ ਤਾਕਤ ਨਹੀਂ ਪਰਮੇਸ਼ਰ ਤੋਂ ਬਾਹ ਕਰ ਸਕੇ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਸੇ ਤਰ੍ਹਾਂ ਹੀ ਘੜੇ ਦਾ ਪਾਣੀ ਉਹਨਾਂ ਚਿਰ ਘੜੇ ਦਾ ਪਾਣੀ ਹੈ ਜਿੰਨਾ ਚਿਰ ਸਮੁੰਦਰ 'ਚ ਨਹੀਂ ਮਿਲਿਆ, ਤੇ ਜੇ ਘੜਾ ਤੁਸੀਂ ਸਮੁੰਦਰ ਵਿੱਚ ਛੱਡ ਦਿੱਤਾ ਫਿਰ ਘੜੇ ਦਾ ਪਾਣੀ ਸਮੁੰਦਰ ਵਿੱਚ ਮਿਲ ਕੇ ਉਹ ਵੀ ਸਮੁੰਦਰ ਹੋ ਜਾਣਾ ਹੈ। ਆਪਾਂ ਬੂੰਦ ਹਾਂ, ਪਰਮੇਸ਼ਰ ਸਾਗਰ ਹੈ, ਤੇ ਆਪਾਂ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋਣਾ ਹੈ। ਆਪਣੇ ਵਰਗੀਆਂ ਬੇਅੰਤ ਬੂੰਦਾਂ ਉਹਦੇ ਵਿੱਚ ਮਿਲ ਰਹੀਆਂ ਹਨ। ਚੁਕਤ ਮੁਕਤ ਇਕਤਾ ਮੈਂ ਸੇ, ਉਪਪਤ ਸ਼ਰਬਨ ਰੂਪ ਲਖ ਤੈਸੇ। ਬਸ ਇਹ ਹੈ ਏਕਤਾ, ਉਕਤੀ ਜੁਗਤੀ। ਇਸ ਢੰਗ ਦੇ ਨਾਲ ਸਮਝ ਨਾ ਕਰੋ। ਇਹ ਛੇਵਾਂ ਲੱਛਣ ਸਰਵਣ ਦਾ ਕੀ ਹੋਵੇਗਾ ਕਿ ਤੁਸੀਂ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਓਗੇ। ਵੇਦ ਛਾਦੋਗ ਖਸ਼ਟ ਮੇ ਧਿਆਏ, ਤਾਂ ਕਰੇ ਕਟ ਸ਼ਰਵਣ ਬਣਾਏ। ਹਿੰਦੂ ਮਤ ਨੇ ਵੀ ਇੱਕ ਛਾਂਦੋਗ ਨਾਮ ਦਾ ਵੇਦ ਲਿਖਿਆ ਹੈ ਜਿਹਦੇ ਵਿੱਚ 6 ਲੱਛਣ ਸਰਵਣ ਕਰਨ ਦੇ ਲਿਖੇ ਹਨ। ਸੋ ਜਪ ਜੀ ਮੈਂ ਗੁਰੂ ਦਿਖਾਏ, ਸ਼ਰਵਣ ਪੌੜੀਆਂ 4 ਬਣਾਏ। ਧੰਨ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਰਚਨਾ ਵਿੱਚ ਸੁਣਨ ਦੀਆਂ 4 ਪੌੜੀਆਂ ਲਿਖੀਆਂ ਹਨ। ਸ਼ਰਵਣ ਮਹਾਤਮ ਕੋ ਦਿਖਰਾਇਓ, ਸ਼ਰਵਣ ਰੂਪ ਕੋ ਨਹੀਂ ਬਤਾਇਓ। ਹੁਣ ਸੁਣਨ ਦਾ ਮਹਾਤਮ ਰਸ ਦਿੱਤਾ, ਪਰ ਸੁਣਨ ਦਾ ਸਰੂਪ ਤਾਂ ਹੈ ਨਹੀਂ ਸਾਡੇ ਕੋਲ। ਇਹ ਤਾਂ ਅਨੁਭਵ ਕੀਤਾ ਜਾ ਸਕਦਾ ਹੈ ਨਾ। ਜੇ ਸੁਣਨ ਦਾ ਸਰੂਪ ਹੈ ਨਹੀਂ ਤੇ ਪਰਮੇਸ਼ਰ ਦਾ ਵੀ ਸਰੂਪ ਹੈ ਨਹੀਂ। 10ਵੇਂ ਪਾਤਸ਼ਾਹ ਜੀ ਉਸ ਪਰਮੇਸ਼ਰ ਦਾ ਰੂਪ ਸਾਨੂੰ ਇਉਂ ਦੱਸਦੇ ਹੈ ਕਿ ਚੱਕਰ ਚਿਹਨ ਯਰ ਵਰਨ ਜਾਤ ਯਰ ਪਾਤ ਨਾਹਿਨ, ਜੇ ਰੂਪ ਰੰਗ ਯਾ ਰੇਖ ਪੇ ਕੋ ਕਹਿ ਨਾ ਸਕਤ। ਕਿ ਆਵਾਜ਼ ਆ ਰਹੀ ਹੈ, ਇਹਦੀ ਕਿਹੜੀ ਫੋਟੋ ਬਣਦੀ ਆ ਆਪਣੇ ਸਾਹਮਣੇ? ਕੋਈ ਸਤ ਨਾ ਮੈਥੋਂ ਬਣਦੀ ਆ ਨਾ ਤੁਹਾਨੂੰ ਦਿਸਦੀ ਆ। ਕੋਈ ਸਤਨਾਮ। ਪਰ ਹਾਂ ਇਹ ਸਾਡੇ ਕੰਨਾਂ ਦੇ ਰਾਹੀਂ ਜਾ ਕੇ ਸਾਡੀ ਮਦਦ ਜ਼ਰੂਰ ਕਰੇਗਾ। ਇਹ ਸ਼ਬਦ ਦੇ ਵਿੱਚ ਪਾਵਰ ਹੈ। ਇੱਕ ਛੋਟੀ ਜਿਹੀ ਕਹਾਣੀ ਸੁਣਾ ਕੇ ਫਿਰ ਸਮਾਪਤੀ ਵੱਲ ਹੋਵਾਂਗੇ। ਕਹਿੰਦੇ ਇੱਕ ਚੋਰ ਜਦ ਮਰਨ ਲੱਗਿਆ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਿਆ ਵੀ ਆਪਾਂ ਬੱਚੇ ਨੂੰ ਚੋਰ ਹੀ ਬਣਾਉਣਾ, ਇਹਨੂੰ ਸਿੱਖਿਆ ਦੇਈ ਵੀ ਚੋਰੀ ਕਰਿਆ ਕਰੀ ਤੂੰ ਵੀ ਪੁੱਤ। ਪਰ 2 ਕੰਮ ਨਾ ਕਰੇ ਇਹਨੂੰ ਦੱਸਦੀ ਵੱਡੇ ਹੋਏ ਨੂੰ। ਕੀ? ਇੱਕ ਤਾਂ ਇਸ ਨੇ ਗੁਰੂ ਘਰ ਦੇ ਮੰਦਰ ਦੇ ਧਰਮਸ਼ਾਲਾ ਦੇ ਕੋਲੋਂ ਦੀ ਨਹੀਂ ਲੰਘਣਾ, ਫਿਰ ਚੋਰੀ ਨਹੀਂ ਕਰ ਸਕੂ। ਉੱਥੇ ਗਿਆਨ ਦੀ ਗੱਲ ਹੁੰਦੀ ਹੈ, ਉਹ ਚੋਰੀ ਤੋਂ ਰੋਕਦੇ ਆ। ਇਹਨੇ ਉੱਥੋਂ ਦੀ ਨਹੀਂ ਟੱਪਣਾ। ਇੱਕ ਚੋਰੀ ਕਰਕੇ ਮੰਨਣਾ ਨਹੀਂ ਗਾ, ਤੇ ਜੇ ਗੁਰੂ ਘਰ ਮੰਦਰ ਧਰਮਸ਼ਾਲਾ ਕੋਲ ਟੱਪਣਾ ਪੈ ਜੇ ਤੇ ਕੰਨ 'ਚ ਉਂਗਲਾਂ ਦੇ ਲੈਣੀਆਂ। ਗੁਰੂ ਘਰ ਦੀ ਮੰਦਰ ਦੀ ਗੱਲ ਨਹੀਂ ਕੰਨ 'ਚ ਪਾਉਣੀ ਇਹਨੇ, ਫਿਰ ਚੋਰੀ ਕਰ ਸਕੂਗਾ। ਕਹਿੰਦੇ ਕਿ ਠੀਕ ਆ। ਉਹ ਮਰ ਗਿਆ, ਉਹਨੇ ਬੱਚੇ ਨੂੰ ਗੱਲਾਂ ਸਮਝਾਤੀਆਂ, ਤੇਰੇ ਬਾਪੂ ਨੇ ਐਂ ਕਿਹਾ ਸੀ ਆਖਰੀ ਸਮੇਂ। ਠੀਕ ਆ, ਚੋਰੀਆਂ ਕਰਦਾ ਰਿਹਾ। ਜੇ ਕਿਤੇ ਟੱਪਣਾ ਪੈ ਜੇ ਗੁਰੂ ਘਰ ਵਾਲੀ ਮੰਦਰ ਵਾਲੀ ਗਲੀ 'ਚੋਂ ਕੰਨ 'ਚ ਉਂਗਲਾਂ ਦੇ ਲਿਆ ਕਰੇ। ਇੱਕ ਦਿਨ ਪਰਮੇਸ਼ਰ ਨੇ ਕਿਰਪਾ ਕਰਨੀ ਸੀ ਇਸ 'ਤੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਕਿਰਪਾ ਕਰਨੀ ਸੀ। ਐਨ ਕਿਸੇ ਮੰਦਰ ਦੇ ਨੇੜੇ ਆ ਗਿਆ ਤੇ ਮੰਦਰ ਵਿੱਚ ਕਥਾ ਚੱਲ ਰਹੀ ਸੀਗੀ, ਤੇ ਉਧਰੋਂ ਇਸ ਦੇ ਪੈਰ 'ਚ ਕੰਡਾ ਮਾਰਿਆ ਪਰਮੇਸ਼ਰ ਨੇ। ਕੰਨ 'ਚੋਂ ਉਂਗਲ ਕੱਢਣੀ ਪਈ, ਪੈਰ 'ਚੋਂ ਕੰਡਾ ਕੱਢਣ ਲਈ, ਤੇ ਕੰਨ ਵਿੱਚ ਆਵਾਜ਼ ਪੈ ਗਈ, ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਤੇ ਅੱਖਾਂ ਨਹੀਂ ਝਪਕਦੀਆਂ। ਇੰਨੀ ਗੱਲ ਕੰਨ 'ਚ ਪੈ ਗਈ ਤੇ 6 ਦਿਨੇ ਕੰਨ ਫਿਰ ਬੰਦ ਕਰ ਲਿਆ। ਕੋਈ ਸਤਰ। ਪਰ ਜਿਹੜਾ ਇੰਨਾ ਕੁ ਸ਼ਬਦ ਕੰਨ 'ਚ ਪੈ ਗਿਆ, ਹੁਣ ਉਹਨੂੰ ਕੌਣ ਕੱਢੇ? ਉਹ ਤਾਂ ਜਦੋਂ ਧਿਆਨ ਲੈ ਕੇ ਜਾਂਦਾ, ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ, ਅੱਖਾਂ ਨਹੀਂ ਝਮਕਦੀਆਂ। ਉਹ ਗੱਲ ਉਹਦੇ ਦਿਮਾਗ 'ਚ ਵੱਜਣ ਲੱਗੀ ਢੋਲ ਵਾਂਗੂ। ਹੁਣ ਉਹਨੇ ਚੋਰੀ ਕੀਤੀ ਸੀ ਰਾਜੇ ਦੀ, ਤੇ ਰਾਜੇ ਨੇ ਨਾਮੀ ਚੋਰ ਫੜ ਲਏ, ਕੁੱਟੇ ਜਾਣ ਲੱਗੇ। ਕੋਈ ਮੰਨੇ ਹੀ ਨਾ, ਵਿੱਚੇ ਇਹ ਵੀ ਫੜਿਆ ਗਿਆ। ਹੁਣ ਰਾਜਿਆਂ ਨੇ ਚੋਰਾਂ ਨੂੰ ਮਨਾਉਣ ਵਾਸਤੇ ਰੱਖੀਆਂ ਫਫੇ ਕੁੱਟਣੀਆਂ ਇਸਤਰੀਆਂ, ਕਿਸੇ ਨਾ ਕਿਸੇ ਢੰਗ ਨਾਲ ਚੋਰਾਂ ਨੂੰ ਮਨਾਉਣਾ। ਇੱਕ ਇਸਤਰੀ ਨੂੰ ਸੱਦਿਆ ਵੀ ਸਾਨੂੰ ਸ਼ੱਕ ਪੈਂਦਾ ਵੀ ਚੋਰ ਆਏ ਤੇ ਮਨਾ ਕੇ ਦੇ ਤੂੰ। ਕਹਿੰਦੀ ਠੀਕ ਆ। ਇਹ ਚੋਰ ਦੇਵੀ ਦੇਵਤਿਆਂ ਨੂੰ ਮੰਨਦੇ ਆ, ਉਹਨਾਂ ਦੀ ਪੂਜਾ ਕਰਕੇ ਚੱਲਦੇ ਆ ਚੋਰੀ ਕਰਨ। ਤੁਸੀਂ ਐਂ ਕਰੋ, ਇੱਕ ਲੱਕੜ ਦਾ ਸ਼ੇਰ ਬਣਾਓ, ਪੈਰਾਂ 'ਚ ਪਹੀਏ ਲਾ ਦਿਓ, ਟਾਇਰ ਜੇ ਲਾ ਦਿਓ, ਨਿੱਕੇ ਨਿੱਕੇ ਲੱਕੜ ਦੇ ਪਹੀਏ ਜੇ ਗੋਲੇ ਜੇ, ਤੇ ਮੈਂ ਲਾਲ ਸੂਟ ਪਾ ਕੇ ਦੇਵੀ ਦਾ ਰੂਪ ਧਾਰ ਕੇ ਉੱਤੇ ਬਹਿ ਜਾਊਂਗੀ। ਇਹ ਜਿਹੜੇ ਕਮਰੇ 'ਚ ਬੰਦ ਹੈ, ਉਸ ਕਮਰੇ 'ਚ ਬਾਹਲੀ ਵੱਡੀ ਲਾਈਟ ਨਾ ਕਰਿਓ, ਛੋਟਾ ਜਿਹਾ ਦੀਵਾ ਜਗਾਇਓ ਕੋਈ, ਤੇ ਬਾਹਰੋਂ ਧੱਕਾ ਲਾ ਕੇ ਤੇ ਸ਼ੇਰ ਨੂੰ ਅੰਦਰ ਧੱਕ ਦਿਓ,
ਤੇ ਜਦ ਮੈਂ ਹਨੇਰੇ ਜੇ ਮੂੰਹ ਸੋਝਲੇ ਹਨੇਰੇ ਚੰਦਰ ਜਾਊਂਗੀ ਤੇ ਮੈਨੂੰ ਇਹ ਸੋਚੇਗਾ ਦੇਖ ਕੇ ਵੀ ਦੇਵੀ ਮੈਨੂੰ ਬਚਾਉਣ ਵਾਸਤੇ ਆ ਗਈ। ਤੇ ਤੁਸੀਂ ਬਾਹਰ ਖੜ ਜਿਓ, ਅੰਦਰ ਅਸੀਂ ਗੱਲਬਾਤ ਕਰਾਂਗੇ, ਤੁਸੀਂ ਨੋਟ ਕਰ ਲਿਓ, ਇਹਦੇ ਬਿਆਨ ਤੁਹਾਨੂੰ ਪਤਾ ਲੱਗ ਜਾਊਗਾ। ਕਹਿਣ ਲੱਗੇ ਠੀਕ ਆ। ਸਾਰਾ ਇੰਤਜ਼ਾਮ ਕੀਤਾ ਗਿਆ। ਸ਼ੇਰ ਤੇ ਬੈਠ ਗਈ, ਲਾਲ ਕੱਪੜੇ ਪਾ ਲਏ, ਛੋਟਾ ਜਿਹਾ ਦੀਵਾ ਅੰਦਰ ਜਗਾਤਾ, ਬਾਲਾ ਵੱਡਾ ਨਾ ਹੋਵੇ, ਪਛਾਣ ਨਾ ਆਵੇ। ਪਰ ਉਹਨੂੰ ਪਛਾਣ ਪਹਿਲੇ ਗੁਰੂ ਨਾਨਕ ਦੇ ਘਰ ਦੀ ਜਾਂ ਮੰਦਰ ਦੇ ਘਰ ਦੀ ਕਥਾ ਦੇ ਚੁੱਕੀ ਆ। ਕੋਈ ਸਤਨਾਮ। ਧੱਕਾ ਲਾਇਆ, ਸ਼ੇਰ ਅੰਦਰ ਚਲਿਆ ਗਿਆ। ਇਹ ਬੀਬੀ ਕਹਿੰਦੀ ਜੈ ਮਾਤਾ ਦੀ, ਉਹ ਚੋਰ ਵੀ ਕਹਿੰਦਾ ਜੈ ਮਾਤਾ ਦੀ, ਜੈ ਮਾਤਾ ਦੀ। ਲੱਗਦਾ ਮਾਤਾ ਮੇਰੀ ਸੇਵਾ ਆਪਣਾ ਬਚਾਉਣ ਵਾਸਤੇ ਆ ਗਈ, ਰਕਸ਼ਾ ਕਰਨ ਆ ਗਈ। ਹੁਣ ਉਹ ਬੀਬੀ ਮਾਤਾ ਬਣ ਕੇ ਗਈ ਸੀ ਤੇ ਮਾਤਾ ਬਣ ਕੇ ਕਹਿੰਦੀ ਪੁੱਤ ਮੈਂ ਤੈਨੂੰ ਛਡਾਉਣ ਆਈ ਆ। ਸੀ ਤਾਂ ਫੱਫੇ ਕੁੱਟਣੀ ਨਾ ਉਹ। ਕਹਿੰਦੀ ਮੈਂ ਤੈਨੂੰ ਛਡਾਉਣ ਆਈ ਆ ਪੁੱਤ, ਮੈਨੂੰ ਤਾਂ ਦੱਸ ਦੇ ਤੂੰ ਚੋਰੀ ਕੀਤੀ ਹੈ ਕਿ ਨਹੀਂ ਕੀਤੀ। ਤੁਰੰਤ ਹੀ ਦਿਮਾਗ ਵਿੱਚ ਸ਼ਬਦ ਗੂੰਜਿਆ, ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਬਣਦਾ ਤੇ ਅੱਖਾਂ ਨਹੀਂ ਝਮਕਦੀਆਂ। ਚਲੋ ਚੋਰ ਚੋਰੀ ਤਾਂ ਕਰਦਾ ਹੈ, ਪਰ ਗੁਰੂ ਘਰ ਮੰਦਰ ਦੀ ਗੱਲ ਨੂੰ ਸੱਚੀ ਤਾਂ ਮੰਨਦਾ ਨਾ, ਵੀ ਇੱਥੇ ਝੂਠ ਨਹੀਂ ਬੋਲਿਆ ਜਾਂਦਾ। ਕੋਈ ਸਤਨ ਇਹ ਗੱਲ ਤਾਂ ਉਹਨੇ ਮੰਨੀ ਸੀ ਨਾ, ਵੀ ਜੋ ਵੀ ਬੋਲਿਆ ਮੈਂ 2 ਮਿੰਟਾਂ ਵਿੱਚ ਸੁਣ ਲਿਆ, 1 ਮਿੰਟ ਵਿੱਚ, ਉਹ ਝੂਠ ਤਾਂ ਹੈ ਨਹੀਂ। ਕਹਿੰਦੇ ਚੱਲ ਅੱਜ ਦੇਵੀ ਪ੍ਰਗਟੀ ਹੋ ਗਈ, ਵੇਖ ਤਾਂ ਲਈਏ ਭਲਾ ਬਣਦਾ ਕਿ ਨਹੀਂ ਬਣਦਾ। ਜਦ ਉਹਨੇ ਧਿਆਨ ਮਾਰਿਆ, ਚਾਹੇ ਦੀਵਾ ਹੀ ਜਗਦਾ ਸੀ, ਫਿਰ ਵੀ ਪਰਛਾਵਾਂ ਤਾਂ ਬਣਨਾ ਹੀ ਸੀਗਾ। ਪਰਛਾਵਾਂ ਬਣਿਆ ਪਿਆ। ਫਿਰ ਗੌਰ ਨਾਲ ਉਹਦੀਆਂ ਅੱਖਾਂ ਵੱਲ ਦੇਖਿਆ ਤੇ ਪਲਕਾਂ ਵੀ ਝਪਕੀ ਜਾਣ। ਹੁਣ ਉਹਨੂੰ ਫਫੇ ਕੁੱਟ ਨੂੰ ਕੀ ਪਤਾ ਵੀ ਇਹ ਕੀ ਸੁਣ ਕੇ ਆਇਆ। ਉਹਨੇ ਵੀ ਦੇਖ ਲਿਆ ਵੀ ਦੇਵੀ ਨਹੀਂ ਹੈਗੀ, ਭਾਵੇਂ ਝੂਠ ਬੋਲਦੇ ਹੋ, ਇਹਦੇ ਕੋਲੇ ਕੋਈ ਖਤਰਾ ਨਹੀਂਗਾ। ਕਹਿੰਦਾ ਮਾਤਾ ਜੀ ਤੁਸੀਂ ਤਾਂ ਖੁਦ ਦੇਵੀ ਹੋ, ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ। ਜੇ ਮੈਂ ਚੋਰੀ ਕੀਤੀ ਹੁੰਦੀ ਤੁਹਾਨੂੰ ਪਤਾ ਹੀ ਹੁੰਦਾ, ਮੈਂ ਨਹੀਂ ਚੋਰੀ ਕੀਤੀ। ਬਿਆਨ ਹੋ ਗਏ ਦੋਨਾਂ ਦੇ, ਬਾਹਰ ਲਿਖ ਲਏ। ਇਹ ਬਾਹਰ ਆ ਗਈ, ਉਹਨੂੰ ਛੱਡ ਦਿੱਤਾ ਗਿਆ ਵੀ ਇਹਨੇ ਚੋਰੀ ਕੀਤੀ ਨਹੀਂ। ਆਪਾਂ ਜਿਵੇਂ ਕਹਿੰਦੇ ਸਹੁੰ ਪਾ ਬਈ, ਤੈਨੂੰ ਸਹੁੰ ਪਾਏਗਾ ਤੈਨੂੰ ਛੱਡਤਾ। ਹੁਣ ਉਹਨੇ ਸਹੁੰ ਪਾਤੀ ਦੇਵੀ ਦੇ ਸਾਹਮਣੇ। ਦੇਵੀ ਉਹ ਝੂਠੀ ਸੀ, ਅਸਲੀ ਨਹੀਂ ਸੀ। ਕਹੋ ਸਤਨਾਮ। ਉਹਨੇ ਸਹੁੰ ਪਾਤੀ ਵੀ ਮੈਂ ਕੀਤੀ ਨਹੀਂ ਚੋਰੀ, ਉਹਨੂੰ ਛੱਡ ਦਿੱਤਾ ਗਿਆ। ਘਰੇ ਆਇਆ, ਮਾਂ ਕਹਿੰਦੀ ਪੁੱਤ ਅੱਜ ਤੂੰ ਗਿਆ ਨਹੀਂ ਚੋਰੀ ਕਰਨ ਕੁਛ ਦਿਨਾਂ ਬਾਅਦ। ਬੇਬੇ ਮੇਰੀ ਗੱਲ ਸੁਣ ਲਾ, ਮੈਂ ਇੱਕ ਦਿਨ ਇੱਕ ਸ਼ਬਦ ਸੁਣਿਆ ਮੰਦਰ ਦੇ ਵਿੱਚੋਂ ਚੱਲਦੇ ਚੱਲਦੇ, ਉਸ ਸ਼ਬਦ ਨੇ ਮੈਨੂੰ ਮੁਕਤੀ ਦੇਤੀ ਮੰਦਰ ਦੇ ਵਿੱਚ, ਆਪਣਾ ਜੇਲ੍ਹ ਦੇ ਵਿੱਚੋਂ। ਨਹੀਂ ਮੈਂ ਜੇਲ੍ਹ ਜਾਂਦਾ ਸੀ ਸਿੱਧਾ, ਜੇ ਮੈਂ ਮੰਨ ਜਾਂਦਾ ਉਹ ਦੇਵੀ ਕੋਲੇ। ਪਰ ਮੈਨੂੰ ਪਛਾਣ ਦੇਤੀ ਬਈ ਦੇਵੀ ਦੇਵਤਿਆਂ ਦੇ ਜਿਹੜੇ ਅਸਲੀ ਉਹਨਾਂ ਪਰਛਾਵਾਂ ਨਹੀਂ ਬਣਦਾ ਤੇ ਅੱਖਾਂ ਨਹੀਂ ਝਮਕਣੀਆਂ। ਤੇ ਮੈਂ ਉਹਨੂੰ ਪਛਾਣ ਲਿਆ ਵੀ ਇਹ ਨਕਲੀ ਆ, ਅਸਲੀ ਨਹੀਂ ਹੈਗੀ। ਤੇ ਮੈਂ ਉੱਥੇ ਝੂਠ ਬੋਲਤਾ ਤੇ ਮੈਂ ਬਚ ਗਿਆ, ਨਹੀਂ ਮੈਂ ਉਹਦੇ ਫਸ ਜਾਂਦਾ। ਮਾਤਾ ਆਪਾਂ ਚੋਰੀ ਛੱਡੀ, ਇੱਕ ਸ਼ਬਦ ਨੇ ਮੈਨੂੰ ਜੇਲ੍ਹ 'ਚੋਂ ਬਚਾ ਲਿਆ। ਜੇ ਮੈਂ ਰੋਜ਼ ਕਥਾ ਕੀਰਤਨ ਸੁਣਾ ਤੇ ਆਪਣਾ ਕਿੰਨਾ ਭਲਾ ਹੋ ਸਕਦਾ। ਕੋ ਸਤਨਾਮ। ਇਸੇ ਕਰਕੇ ਤਾਂ ਚੋਰ ਦੇ ਪਿਓ ਨੇ ਕਿਹਾ ਸੀਗਾ ਵੀ ਧਰਮਸ਼ਾਲਾ ਕੋਲ ਦੀ ਨਹੀਂ ਜਾਣਾ, ਇਹਨੂੰ ਬਦਲ ਕੇ ਰੱਖ ਦੇਣਗੇ ਕਥਾ ਕਰਨ ਵਾਲੇ। ਕੋ ਸਤਨਾਮ। ਕਿਉਂਕਿ ਗੁਰਬਾਣੀ ਨੇ ਕਥਾ ਨੇ ਸਾਨੂੰ ਬਦਲਣਾ ਹੀ ਆ, ਇਹੀ ਕਾਰਨ ਹੈ। ਇਸ ਕਰਕੇ ਬਾਬਾ ਜੀ ਕਹਿ ਰਹੇ ਸੀਗੇ ਕਿ ਇਹ ਜਿਹੜੇ ਸੁਣਨ ਦੇ 6 ਪੁਆਇੰਟ ਬਾਬਾ ਜੀ ਨੇ 4 ਪੌੜੀਆਂ ਬਣਾ ਕੇ ਜਪਜੀ ਸਾਹਿਬ ਦੇ ਵਿੱਚ ਦੱਸਣੇ ਕੀਤੇ ਹਨ। ਸਰਵਣ ਸਰਵਣ ਮਹਾਤਮ ਕੋ ਦਿਖਰਾਇਓ, ਸਰਵਣ ਰੂਪ ਕੋ ਨਹੀਂ ਬਤਾਇਓ। ਪਰ ਸਰਵਣ ਦਾ ਕੋਈ ਸਰੂਪ ਨਹੀਂ ਹੈ। ਮੈਂ ਗੱਲ ਕੀਤੀ 10ਵੀਂ ਪਾਤਸ਼ਾਹ ਸ਼ੁਰੂ, ਚੱਕਰ ਚਿਹਨ ਯਾਰ ਬਰਨ ਜਾਤ ਯਾਰ ਪਾਤ ਨਾਹਨ, ਜੇ ਰੂਪ ਰੰਗ ਯਾਰ ਰੇਖ ਪੇਖ ਕੋਊ ਕਹਿ ਨਾ ਸਕਤ ਕੇ। ਫੋਟੋ ਕੋਈ ਨਹੀਂ ਰੱਬ ਦੀ, ਇਹ ਸ਼ਬਦਾਂ ਦੀ ਜਿਵੇਂ ਫੋਟੋ ਨਹੀਂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਵੀ ਕਿਹਾ ਗਿਆ, ਇਹ ਰੱਬ ਵੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਸ ਕਰਕੇ ਜਿਹੜਾ ਹੈ ਨਾ, ਇਹ ਸ਼ਬਦ ਹੀ ਸਭ ਕੁਝ ਹੈ। ਸ਼ਬਦੇ ਧਰਤੀ ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕੈ ਪਾਛੈ, ਨਾਨਕ ਸ਼ਬਦ ਘਟੈ ਘਟ ਆਛੈ। ਸ਼ਬਦ ਕੋ ਚੀਨ ਪਾਈ, ਸ਼ਬਦ ਕੋ ਖੋਜ ਪਾਈ, ਸ਼ਬਦ ਕੇ ਚਾਨਣੇ ਕਵਸਤ ਪਾਈ। ਸ਼ਬਦ ਨ ਜਾਣੈ ਸੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੌਰਾਨੰ। ਉਤਪਤ ਪਰਲੋ ਸ਼ਬਦੇ ਹੋਏ, ਸ਼ਬਦੇ ਹੀ ਫਿਰ ਉਪਤ ਹੋਏ। ਪੈਦਾ ਵੀ ਸ਼ਬਦ 'ਚੋਂ ਹੋਏ ਆ, ਮਾਂ ਪਿਓ ਦੇ ਸ਼ਬਦਾਂ 'ਚੋਂ ਆਪਣਾ ਜਨਮ ਹੋ ਗਿਆ। ਇੱਕ ਦਿਨ ਮੌਤ ਆਊਗੀ, ਉਹਨਾਂ ਸ਼ਬਦਾਂ ਰਾਹੀਂ ਸਾਡੀ ਮੌਤ ਹੋ ਜਾਣੀ ਆ। ਕੋਈ ਸਤਨਾਮ। ਤੋ ਸ਼ਬਦ ਵਿੱਚੋਂ ਆਪਾਂ ਪੈਦਾ ਹੋਏ ਆ। ਇਸੇ ਕਰਕੇ ਪਰਮੇਸ਼ਰ ਦਾ ਸਰੂਪ ਹੈ ਸ਼ਬਦ। ਚੱਕਰ ਚਿਹਨ ਯਾਰ ਬਰਨ ਜਾਤ ਯਾਰ ਪਾਤ ਨਾਹਨ, ਜੇ ਰੂਪ ਰੰਗ ਯਾਰ ਰੇਖ ਪੇ ਕੋਊ ਕਹਿ ਨਾ ਸਕਤ ਕਹੇ। ਅਚਲ ਮੂਰਤੀ ਅਨਭਉ ਪ੍ਰਕਾਸ਼। ਅਨੁਭਵ ਦੇ ਵਿੱਚ ਸ਼ਬਦ ਹੀ ਜਾਊਗਾ। ਇੱਧਰ ਦੀ ਕੰਨ ਵਿੱਚ ਨਾ ਬੁਰਕੀ ਜਾਣੀ ਹੈ, ਨਾ ਪਾਣੀ ਜਾਣਾ, ਨਾ ਕੁਝ ਹੋਰ ਜਾਣਾ, ਨਾ ਕੋਈ ਫੋਟੋ ਜਾਣੀ ਆ। ਇੱਧਰ ਦੀ ਸ਼ਬਦ ਨੇ ਹੀ ਜਾਣਾ ਹੈ ਤੇ ਸ਼ਬਦ ਨੇ ਸਾਡੀ ਮੁਕਤੀ ਕਰਨੀ ਹੈ, ਜਿਵੇਂ ਉਹ ਚੋਰ ਦੀ ਮੁਕਤੀ ਕਰਵਾ ਦਿੱਤੀ। ਕੋ ਸਤਨਾਮ।
ਇਸ ਕਰਕੇ ਅਨਭਉ ਪ੍ਰਕਾਸ਼ ਤੇ ਸ਼ਬਦ 'ਚ ਪਾਵਰ ਕਿੰਨੀ ਹੈ? ਅਮਿਤੋਜ। ਅਮਿਤ ਕੀਮਤ ਪਤਾ ਨਹੀਂ ਕਿੰਨੀ ਆ, ਉਹ 'ਚ ਪਤਾ ਨਹੀਂ ਕਿੰਨਾ। ਇੱਕ ਮੂਰਖ ਬੰਦਾ ਮਹਾਂਪੁਰਸ਼ਾਂ ਨੂੰ ਕਹਿੰਦਾ ਸ਼ਬਦ 'ਚ ਕੀ ਤਾਕਤ ਹੈ? ਮਹਾਂਪੁਰਸ਼ ਕਹਿੰਦੇ ਸ਼ਬਦ 'ਚ ਬੜੀ ਤਾਕਤ ਹੈ। ਨਹੀਂ ਮੈਂ ਨਹੀਂ ਮੰਨਦਾ, ਸ਼ਬਦ ਕੀ ਤਾਕਤ ਹੈ? ਬੰਦੇ ਦੀ ਪੂਜਾ, ਫੋਟੋ ਦੀ ਪੂਜਾ, ਮੂਰਤੀ ਪੂਜਾ ਹੋਣੀ ਚਾਹੀਦੀ ਹੈ। ਮਹਾਂਪੁਰਸ਼ ਕਹਿੰਦੇ ਸ਼ਬਦ ਹੀ ਪਰਮੇਸ਼ਰ ਹੈ, ਸ਼ਬਦ 'ਚ ਬੜੀ ਤਾਕਤ ਹੈ। ਉਹ ਨਾ ਮੰਨਿਆ। ਮਹਾਂਪੁਰਸ਼ ਥੋੜ੍ਹਾ ਗੁੱਸਾ ਜਿਹਾ ਕਰਕੇ ਕਹਿੰਦੇ ਔਰ ਤੂੰ ਤਾਂ ਜਮਾਂ ਹੀ ਗਧਾ ਹੈ। ਕਹਿੰਦਾ ਹਾਂ ਮੈਨੂੰ ਗਧਾ ਕਿਉਂ ਕਿਹਾ? ਕਹਿੰਦੇ ਮੈਂ ਗਧਾ ਵੀ ਸ਼ਬਦ ਹੀ ਵਰਤਿਆ, ਤੈਨੂੰ ਗਧਾ ਬਣਾਇਆ ਤੇ ਨਹੀਂ। ਤੇ ਜੇ ਤੈਨੂੰ ਗਧਾ ਕਹੇ ਤਾਂ ਗੁੱਸਾ ਆ ਸਕਦਾ ਹੈ ਤੇ ਚੰਗੇ ਸ਼ਬਦਾਂ ਨਾਲ ਸ਼ਾਂਤੀ ਵੀ ਆ ਸਕਦੀ ਆ। ਇਹ ਸ਼ਬਦਾਂ ਵਿੱਚ ਹੀ ਪਾਵਰ ਹੈ ਸਾਰੀ। ਕਹੋ ਸਤਿਨਾਮ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਿੱਖੋ ਇਹ ਸਰਵਣ ਦਾ ਮਹਾਤਮ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਪਰ ਸਰਵਣ ਦੀ ਫੋਟੋ ਨਹੀਂ ਬਣਦੀ। ਅਨਭਉ ਪ੍ਰਕਾਸ਼ ਅਮਿਤੋਇ ਕਹਿਜੈ, ਕੋਟ ਇੰਦਰੀ ਇੰਦਰਾਨ ਸ਼ਾਹੋ ਸ਼ਾਹਾਨ ਗਨਿਜੈ, ਤ੍ਰੈ ਭਵਨ ਮਹੀਪ ਸੁਰ ਨਾਰੀ ਅਸੁਰ ਨੇਤ ਨੇਤ ਬੰਟਣ ਕਹਿਤ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਾਨਤ ਸੁਮਤ। ਸੋ ਖਤ ਰੂਪ ਪ੍ਰਗਟ ਦਿਖਰਾਏ, ਸਿੱਖ ਮਮੁਖੀ ਕੋ ਸਮਝਾਏ। ਤੋ ਮਮੁਖੀ ਹੁੰਦਾ ਮੁਕਤੀ ਦੀ ਇੱਛਾ ਰੱਖਣ ਵਾਲਾ ਜਿਹੜਾ ਹੈ, ਉਹਨਾਂ ਨੂੰ ਭਾਈ ਇਹ ਗਿਆਨ ਦੇਣਾ ਕੀਤਾ। ਹੁਣ ਜਿਨ੍ਹਾਂ ਦੀ ਇੱਛਾ ਹੈ ਉਹ ਗਿਆਨ ਨੂੰ ਗ੍ਰਹਿਣ ਕਰ ਸਕਦੇ ਹਨ। ਸਤਿਗੁਰਾਂ ਨੇ ਇਹ ਗਿਆਨ ਮੁਕਤੀ ਦੀ ਇੱਛਾ ਰੱਖਣ ਵਾਲੇ ਸਿੱਖਾਂ ਲਈ ਜਪਜੀ ਸਾਹਿਬ ਵਿੱਚ ਪ੍ਰਗਟ ਕੀਤਾ ਹੈ। ਮਾਨਨ ਗਿਆਨ ਕੋ ਭੇਦ ਬਤਾਵਤ, ਜਿਸ ਕੇ ਕਰੇ ਪਰਮਗਤ ਪਾਵਤ। ਹੁਣ ਜਪਜੀ ਸਾਹਿਬ ਦੀਆਂ ਅਗਲੀਆਂ 4 ਪੌੜੀਆਂ ਮੰਨਣ ਦੀਆਂ। ਹੁਣ ਮੰਨਣਾ ਕੀ ਹੈ? ਜਿਹੜਾ ਅਸੀਂ ਗਿਆਨ ਪ੍ਰਾਪਤ ਕੀਤਾ, ਹੁਣ ਉਹਦੇ ਬਾਰੇ ਮੰਨਣ ਵਾਲੀਆਂ ਪੌੜੀਆਂ ਵਿੱਚ ਪਾਤਸ਼ਾਹ ਨੇ ਕੀ ਬਖਸ਼ਿਸ਼ ਕੀਤਾ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਉਸੇ ਵਿਸ਼ੇ 'ਤੇ ਸਾਨੂੰ ਕੀ ਗਿਆਨ ਬਖਸ਼ਦੇ ਆ, ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਹੈ, ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं जन गुणतास, हे संगी हे निरंकार हे निर्गुण सब टेक, हे गोविंद हे गुण निधान, सदा विवेक, हे अपरंपर हर हरे, हो बनहार, हे संत कै सदा संग, आधार, हे ठाकुर हौं दासरो, निर्गुण गुण नहीं कोई, नानक दीजै नाम दान, आए प्रभ शरनागति, निध दयाल, एक अखर हर मन बसत, एक ओंकार सतगुरु, प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह।